ਜਦੋਂ ਅਸੀਂ ਕਿਸਾਨ ਮੋਰਚੇ ਮੌਕੇ ਉਹਨਾਂ ਦੀਆਂ ਮੋਦੀ ਸਰਕਾਰ ਦੀਆਂ ਜਿਹੜੀਆਂ ਭੈੜੀਆਂ ਨੀਚ ਸਾਜ਼ਿਸ਼ਾਂ ਨੇ ਉਹਨਾਂ ਬਾਰੇ ਦੁਨੀਆ ਨੂੰ ਦੱਸਦੇ ਸੀ ਤਾਂ ਜਿਹੜੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਅੰਦਰ ਸ਼ਰਨ ਲੈਣ ਆਏ ਨੇ ਬੱਚੇ, ਇਹਨਾਂ ਦੇ ਮਾਪੇ, ਇਹਨਾਂ ਦੇ ਪਰਿਵਾਰ ਸਾਡੀ ਖਿੱਲੀ ਉਡਾਉਂਦੇ ਹੁੰਦੇ ਸੀ। ਖਾੜਕੂ ਲਹਿਰ ਦੇ ਬਾਰੇ, ਸਿੱਖ ਸੰਘਰਸ਼ ਦੇ ਬਾਰੇ ਪੰਜਾਬ ਤੋਂ ਬਾਹਰ ਬਹੁਤ ਵੱਡੇ ਭਰਮ ਨੇ। ਉਹ ਭਰਮਾਂ ਕਰਕੇ, ਉਹ ਵਰਤਾਂਤ ਕਰਕੇ, ਜਿਹੜਾ ਸਟੇਟ ਦਾ ਵਰਤਾਂਤ, ਇਹ ਲੋਕ ਸਾਡੇ ਖਿਲਾਫ। ਹੁਣ ਇਹ ਤਾਂ ਗੱਲ ਪੱਕੀ ਆ ਕਿ ਜਿਹੜੇ ਮੁੱਦੇ ਉੱਤੇ ਉਹ ਲੜ ਰਹੇ ਨੇ ਉਹ ਸੱਚਾ ਹੈ, ਸਹੀ। ਪਰ ਮੋਦੀ ਸਰਕਾਰ ਦਾ ਜ਼ੁਲਮ ਜਿਹੜਾ ਹੈ ਇਹ ਉਹੀ ਜ਼ੁਲਮ ਹੈ ਜਿਹੜਾ ਸਾਡੀ ਕੌਮ ਨੇ ਕਿਸਾਨ ਸੰਘਰਸ਼ ਮੌਕੇ ਝੱਲੇ। ਤੇ ਜਿੰਨੀਆਂ ਵੀ ਐਂਕਰ ਕੁੜੀਆਂ ਨੇਗੀਆਂ, ਬੀਬੀਆਂ, ਉਹ ਸਾਰੀਆਂ ਅੰਜਨਾ, ਓਮ ਕਸ਼ਯਪ ਤੇ ਹੋਰ ਲੱਲੜ ਪੱਲੜ, ਉਹ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਕਿ ਇਹ ਜੋ ਕੁਝ ਹੈ ਇਹ ਤਾਂ ਦੇਸ਼ ਵਿੱਚ ਅਫੜਾ ਦਫੜੀ ਫੈਲਾਉਣ ਵਾਲੀ ਕੋਈ ਗੇੜ। ਆਰਐਸਐਸ ਦੇ, ਬੀਜੇਪੀ ਦੇ ਬੰਦੇ ਮਿੱਥ ਕੇ ਕੋਈ ਘਟਨਾ ਵਾਪਰਾਉਂਦੇ ਆ, ਉਹਦੀ ਵੀਡੀਓ ਬਣਦੀ ਆ, ਫਿਰ ਅੰਜਨਾ, ਓਮ ਕਸ਼ਯਪ ਜਾਂ ਕੋਈ ਹੋਰ ਚੈਨਲ ਉੱਤੇ ਚਲਾ ਕੇ ਵੀ ਦੇਖੋ ਆ ਕੀ ਕਰਦੇ ਆ। ਮੀਡੀਆ ਬਾਰੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜੀ ਤੁਸੀਂ ਇਹਦੇ ਰਾਹੀਂ ਆਪਦੀ ਗੱਲ ਲੋਕਾਂ ਤੇ ਕਰੁੱਪੜ ਦੀ ਕਰਨੀ, ਪਰ ਭਾਰਤ ਦਾ ਮੀਡੀਆ ਇਹ ਕਹਿੰਦਾ ਕਿ ਅਸੀਂ ਤਾਂ ਗੋਦੀ ਮੀਡੀਆ ਵਾਂ, ਅਸੀਂ ਤਾਂ ਮੋਦੀ ਤੰਤਰ ਦਾ ਬਚਾਅ ਕਰਨਾ ਤੇ ਮੋਰਚੇ ਵਾਲਿਆਂ ਦੇ ਖਿਲਾਫ ਮਾਹੌਲ ਸਿਰਜਣਾ। ਹੁਣ ਪੂਰਾ ਲੱਗ ਰਿਹਾ ਕਿ ਜੇ ਕੰਮ ਲੋਟ ਜਿਸ ਤਰੀਕੇ ਨਾਲ ਮੋਦੀ ਤੰਤਰ ਸਾਰਾ ਕਰ ਰਿਹਾ, ਮਾਹੌਲ ਸਿਰਜ ਰਿਹਾ, ਕੋਈ ਵੱਡੀ ਕਾਰਵਾਈ ਇਸ ਮੋਰਚੇ ਦੇ ਖਿਲਾਫ ਹੋਊ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਜਾਂ ਇਉਂ ਕਹੀਏ ਕਿ ਭਾਰਤ ਦੇ ਉਹ ਲੋਕ, ਉਹ ਨੌਜਵਾਨ ਜਿਹੜੇ ਮੌਜੂਦਾ ਸਿਸਟਮ ਦੇ ਵਿੱਚ ਆਈਆਂ ਗੜਬੜਾਂ ਤੋਂ ਦੁਖੀ ਹੈ, ਉਹਨਾਂ ਨੇ ਇੱਕ ਮੋਰਚਾ, ਇੱਕ ਅੰਦੋਲਨ, ਇੱਕ ਐਜੀਟੇਸ਼ਨ ਉੱਥੇ ਤੋਰੀ। ਜਿਹੜਾ ਮੋਦੀ ਤੰਤਰ ਹੁਣ ਤੱਕ ਭਾਰਤ ਵਿੱਚ ਕਦੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਗੱਲ ਨੂੰ, ਕੋਈ ਐਜੀਟੇਸ਼ਨ ਨੂੰ, ਕਿਸੇ ਕ੍ਰਿਟਿਸਿਜ਼ਮ ਨੂੰ, ਉਹਨਾਂ ਨੇ ਇਸ ਅੰਦੋਲਨ ਦੇ ਖਿਲਾਫ ਵੀ ਉਹੀ ਸਾਰਾ ਕੁਝ ਕਰਨਾ ਸ਼ੁਰੂ ਕੀਤਾ ਹੋਇਆ। ਇਸ ਮਾਹੌਲ ਦੇ ਵਿੱਚ ਕਾਫੀ ਕੁਝ ਹੈ ਜਿਹਦੇ ਉੱਤੇ ਸਾਡੇ ਕੌਮ ਦੇ ਹਿਸਾਬ ਨਾਲ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ ਨੇ, ਉਹ ਕਰਾਂਗੇ। ਪਰ ਪਹਿਲਾਂ ਆਪਾਂ ਇਸ ਗੱਲ ਨੂੰ ਦੇਖੀਏ ਕਿ ਇਹ ਮਸਲਾ, ਇਹ ਮੁੱਦਾ ਕਾਂਗਰਸ ਪਾਰਟੀ ਵਾਲਾ ਹੈ ਕੀ। ਨੀਟ ਦੀ ਪ੍ਰੀਖਿਆ ਜਿਹਦੇ ਚੋਂ ਵੱਡੇ ਅਫਸਰ ਜਿਹੜੇ ਨੇ ਉਹ ਕੰਪੀਟੀਟਿਵ ਐਗਜ਼ਾਮ ਆ, ਉਹ ਬਾਰ-ਬਾਰ ਘਪਲੇ, ਪੇਪਰ ਲੀਕ, ਹੋਰ ਬੜਾ ਕੁਝ ਚੱਲਦਾ। ਉਹਦੇ ਮਸਲੇ ਵਿੱਚ ਨੌਜਵਾਨੀ ਖਾਸ ਤੌਰ ਤੇ ਦੁਖੀ ਆ। ਪਰ ਨੌਜਵਾਨੀ ਦੀ ਸਮੱਸਿਆ ਇਕੱਲੀ ਇਹ ਨਹੀਂ ਕਿ ਪੇਪਰਾਂ ਦਾ ਮਸਲਾ, ਅਸਲ ਵਿੱਚ ਪੂਰੇ ਭਾਰਤ ਵਿੱਚ ਯੂਥ ਵਿੱਚ ਅਨਰੈਸਟ ਹੈ। ਉਸ ਅਨਰੈਸਟ ਨੂੰ ਕੋਈ ਨਾ ਕੋਈ ਰਾਹ ਮਿਲਣਾ ਹੀ ਹੁੰਦਾ। ਜਿਹੜੀ ਦੱਖਣੀ ਭਾਰਤ ਦੇ ਨੌਜਵਾਨਾਂ ਦੀ ਸਮੱਸਿਆ ਉਹੀ ਉੱਤਰੀ ਭਾਰਤ ਦੀ ਆ, ਉਹੀ ਦੱਖਣੀ ਭਾਰਤ ਦੇ ਵਾਂਗੂ ਪੂਰਬੀ ਭਾਰਤ ਦੀ ਆ, ਉਹੀ ਪੱਛਮੀ ਭਾਰਤ ਦੀ ਆ। ਸਾਰੇ ਭਾਰਤ ਦੀ ਨੌਜਵਾਨੀ ਦੀ ਜਿਹੜੀ ਪੀੜ ਆ ਉਹ ਤਾਂ ਹੈ ਕਿ ਬੇਰੁਜ਼ਗਾਰੀ, ਕੰਮ ਨਹੀਂ ਮਿਲਦਾ, ਸਤਿਕਾਰ ਨਹੀਂ ਹੈ, ਤੇ ਸਟੇਟ ਦੇ ਜ਼ਾਲਮ ਕਹਾੜੇ ਦੇ ਨਾਲ ਲੋਕਾਂ ਤੇ ਜ਼ੁਲਮ, ਜਿਹੜੇ ਯੂਪੀ ਬਿਹਾਰ ਦੇ ਲੋਕ ਨੇ ਉਹਨਾਂ ਉੱਤੇ ਅੱਡ ਤਰੀਕੇ ਦੇ ਨਾਲ ਉਹਨਾਂ 'ਚ ਟੈਰਰ ਫੈਲਾਉਣ ਦੀ ਇੱਕ ਗੱਲ ਕਿ ਛਿੱਤਰ ਫੇਰੋ ਦੱਬ ਕੇ। ਇਵੇਂ ਹੀ ਕਿਤੇ ਨਕਸਲਵਾੜੀ ਲਹਿਰ ਦੇ ਨਾਂ ਤੇ, ਕਦੇ ਕਿਸੇ ਇਲਾਕੇ 'ਚ ਅਰਬਨ ਨਕਸਲ ਦੇ ਨਾਂ ਤੇ, ਜਿਵੇਂ ਆਪਣੇ ਪੰਜਾਬ ਦੇ ਵਿੱਚ ਜੋ ਭਾਰੀ ਤਸ਼ੱਦਦ, ਕਤਲੇਆਮ ਪਿਛਲੇ ਦੌਰ 'ਚ ਹੋਇਆ ਹੈ, ਉਹਦੇ ਪਿੱਛੇ ਮੇਨ ਨੁਕਤਾ ਤਾਂ ਇਹੀ ਸੀ ਨਾ, ਜਿਹੜੀ KPS ਗਿੱਲ ਫੁਕਰੀਆਂ ਮਾਰਦਾ ਹੁੰਦਾ ਸੀ ਕਿ ਹੁਣ ਕੋਈ ਪੰਜਾਬ 'ਚੋਂ ਸਿਰ ਨਹੀਂ ਚੱਕੂ। ਵੈਸੇ ਤਾਂ ਇਹ ਗੱਲ ਬਾਰ-ਬਾਰ ਆਪਾਂ ਝੂਠੀ ਕਰ ਚੁੱਕੇ ਹਾਂ ਜਿਹੜੀ ਉਹਨੇ KPS ਗਿੱਲ ਨੇ ਫੁਕਰੀ ਮਾਰੀ ਸੀ।
ਇੱਥੇ ਅਣਖ ਵਾਲੇ, ਦਲੇਰ, ਜੁਰਤ ਵਾਲੇ, ਜੁਗਤ ਵਾਲੇ ਲੋਕ ਹੈਗੇ ਆ, ਪਰ ਬਾਕੀ ਭਾਰਤ ਨੂੰ ਹਮੇਸ਼ਾ ਹੀ ਇਉਂ ਦੇਖਿਆ ਗਿਆ ਵੀ ਇਹਨਾਂ ਵਿੱਚ ਲੜਨ ਭਿੜਨ ਦੀ ਉਹੋ ਜਿਹੀ ਸਮਰੱਥਾ ਹੈ ਨਹੀਂ। ਹੁਣ ਆਪਾਂ ਆਉਂਦੇ ਆ ਇਸ ਅੰਦੋਲਨ ਤੇ। ਪਿਛਲੇ 5-4 ਦਿਨ ਤੋਂ ਹੀ ਇਹ ਰੌਲਾ ਰੱਪਾ ਚੱਲ ਰਿਹਾ ਹੈਗਾ ਕਿ ਪੰਜਾਬ ਜਿਹੜਾ ਹੈ ਉਹ ਇਸ ਸਾਰੀ ਗੱਲ ਦੇ ਵਿੱਚ ਕਿਉਂ ਬਾਹਰ, ਬੜੀਆਂ ਵੀਡੀਓਜ਼ ਪਾ ਕੇ ਬੜਾ ਢੰਗ ਤਰੀਕਿਆਂ ਨਾਲ ਉਕਸਾਇਆ ਜਾ ਰਿਹਾ ਪੰਜਾਬ ਨੂੰ, ਪਰ ਪੰਜਾਬ ਅਜੇ ਇਸ ਮਸਲੇ ਤੋਂ ਬਾਹਰ ਆ। ਇੱਕ ਤਾਂ ਇਹ ਆ ਕਿ ਇਹ ਮੁੱਦਾ ਅਜੇ ਲੋਕਾਂ ਨੂੰ ਅਪੀਲ ਨਹੀਂ ਕਰਦਾ ਪੰਜਾਬ ਦਿਆਂ ਨੂੰ। ਦੂਜਾ ਇਹ ਆ ਕਿ ਬਾਕੀ ਭਾਰਤ ਨੇ ਜੋ ਸਾਡੇ ਨਾਲ ਬੀਤੇ ਦੌਰ 'ਚ ਕੀਤਾ ਉਹਦਾ ਖਾਧੀ ਕੜੀ ਹੁਣ ਵੀ ਆ। ਪਿਛਲੇ 10-15 ਦਿਨ ਤੋਂ ਜਦੋਂ ਸਾਡੀ ਹੇਠੀ ਕੀਤੀ ਜਾ ਰਹੀ ਸੀ, ਸਾਡੇ ਦੁੱਖਾਂ ਦਰਦਾਂ ਦਾ ਹਾਣੀ ਬਣਨ ਦੀ ਥਾਂ ਕੋਈ ਨਹੀਂ ਟੱਕਰਿਆ। ਸਾਰਿਆਂ ਨੇ ਸਾਨੂੰ ਜਿਵੇਂ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਹੋ ਕਿ ਤੁਸੀਂ ਐਵੇਂ ਝੂਠ ਬੋਲਦੇ ਹੋ। ਜੇ ਤੁਸੀਂ ਗੱਲ ਕਰੋਗੇ ਵੀ ਸਾਡੇ 25,000 ਮਾਰੇ ਗਏ, ਅਸੀਂ ਕਹਿ ਦਿਆਂਗੇ ਸਾਡੇ 35,000 ਮਾਰਤੇ, ਤੁਸੀਂ ਝੂਠੇ ਹੋ, ਤੁਸੀਂ ਗਲਤ ਬੋਲਦੇ ਹੋ ਤੁਸੀਂ। ਔਰ ਸੰਤ ਭਿੰਡਰਾਂ ਵਾਲਿਆਂ ਸਮੇਤ ਕਿਸੇ ਸਿੱਖ ਯੋਧੇ ਨੂੰ, ਸ਼ਹੀਦ ਨੂੰ ਬਖਸ਼ਿਆ ਨਹੀਂ ਗਿਆ। ਇਹ ਸਾਰਾ ਕੁਝ ਜਿਹੜੇ ਲੋਕ ਕਰ ਰਹੇ ਨੇ ਜਾਂ ਖਾਮੋਸ਼ ਰਹਿ ਕੇ ਸਹਿਮਤੀ ਦੇ ਰਹੇ ਨੇ, ਉਹਦੇ ਬਾਰੇ ਸਾਨੂੰ ਕਾਮਰੇਡ ਭਰਾ ਜਿਹੜੇ ਆ ਉਹ ਉਂਗਲਾਂ ਦੇ ਰਹੇ ਨੇ, ਕਰਾਹੇ ਪਾ ਰਹੇ ਨੇ ਕਿ ਜੀ ਸਾਰੇ ਥੋੜੀ ਤੁਹਾਡੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਜੀ ਭਾਈ, ਆਉਂ ਨਹੀਂ ਗੱਲ ਹੁੰਦੀ। ਪਹਿਲਾਂ ਇਹ ਨਵੇੜੇ ਕਰਨੇ ਪੈਣਗੇ, ਫੇਰ ਕੋਈ ਅਗਲੀ ਗੱਲ ਤੁਰੂਗੀ। ਹਾਂ, ਹਰੇਕ ਭਾਈਚਾਰੇ 'ਚ ਕੁਛ ਉਹਦੇ ਅੰਦਰ ਗੁਣ ਹੁੰਦੇ ਆ। ਜਿਵੇਂ ਹੁਣ ਉੱਥੇ ਬਹੁਤ ਸਾਰੇ ਸਿੱਖ ਗਏ ਹੋਏ ਨੇ, ਉਹ ਉੱਥੇ ਸੇਵਾ ਕਰ ਰਹੇ ਨੇ, ਪਰ ਜਿਹੜੀ ਕੌਮਾਂ ਦੇ ਫਿਤਰਤ ਦੀ ਗੱਲ ਆ, ਇਤਿਹਾਸ ਦੀ ਗੱਲ ਆ, ਫਲਸਫੇ ਦੀ ਗੱਲ ਆ, ਉਹਨੂੰ ਵੀ ਇੱਕ ਤਰੀਕੇ ਨਾਲ ਪ੍ਰਗਟਾਉਣ ਦਾ ਇਹ ਮੌਕਾ ਇਹੋ ਜਿਹਾ ਕੁਛ ਹੀ ਬਣਦਾ ਹੁੰਦਾ। ਜਦੋਂ ਇੰਡੀਅਨ ਸਟੇਟ ਦੇ ਖਾਕੀ ਵਰਦੀ ਦੇ ਉੱਥੇ ਕਹਿਰ ਦਾ ਮੀਂਹ ਭਰਿਆ, ਡਾਂਗਾਂ ਸੋਟੀਆਂ ਔਰ ਬੇਰਹਿਮੀ ਨਾਲ ਜਦੋਂ ਉੱਥੇ ਕੁੱਟ-ਕਟਾਪਾ ਚੱਲ ਰਿਹਾ, ਤਾਂ ਉਹ ਜਿਹੜੇ ਪ੍ਰਦਰਸ਼ਨਕਾਰੀ ਮੁੰਡੇ ਕੁੜੀਆਂ ਨੇ, ਇਹ ਟੀਨਏਜਰ ਜਿਹੇ ਮੁੰਡੇ ਆ ਜਿਨ੍ਹਾਂ ਨੂੰ ਜੈਨ ਜ਼ੀ ਕਿਹਾ ਜਾਂਦਾ। ਇਹ ਬਹੁਤੇ ਜ਼ਿਆਦਾ ਅੱਲੜ ਜੀ ਉਮਰ ਦੇ ਮੁੰਡੇ ਕੁੜੀਆਂ, ਜਿਹੜੇ ਵਿਚਾਰੇ ਸਕੂਲਾਂ ਚੋਂ ਜੇ ਕਾਲਜਾਂ 'ਚ ਗਏ ਹੀ ਨੇ, ਜਾਂ ਜਿਹੜੇ ਟੈਸਟ ਟੁਸਟ ਜੇ ਦਿੰਦੇ ਫਿਰਦੇ, ਉਹਨਾਂ ਨਾਲ ਜਿਸ ਤਰੀਕੇ ਨਾਲ ਜ਼ੁਲਮ ਹੋ ਰਿਹਾ, ਉਹ ਭੱਜ ਕੇ ਵਿਚਾਰੇ ਜਦੋਂ ਇੱਧਰ ਉੱਧਰ ਜਾਂਦੇ ਆ ਤਾਂ ਨੇੜੇ ਕਿਸੇ ਮੰਦਿਰ ਵੱਲ ਨੂੰ ਹੋ ਪਏ। ਕਨਾਟ ਪੈਲਸ ਸ਼ਾਇਦ ਇਲਾਕੇ 'ਚ ਮੰਦਿਰ ਸੀ, ਮੰਦਿਰ ਵਾਲਿਆਂ ਨੇ ਕੁੰਡੇ ਜਿੰਦੇ ਲਾ ਕੇ, ਉਹਨਾਂ ਦੀ ਵੀਡੀਓ ਵੀ ਬਣੀ ਹੋਈ ਆ, ਉਹਨਾਂ ਨੂੰ ਭਜਾਉਣ ਲੱਗੇ ਹੋਏ ਨੇ ਵੀ ਭੱਜੋ ਇੱਥੋਂ ਮੰਦਿਰ ਤੇ, ਤੁਸੀਂ ਇੱਥੇ ਨਹੀਂ ਖੜਨਾ। ਇੱਕ ਪਾਸੇ ਮੰਦਿਰਾਂ ਵਾਲਿਆਂ ਨੇ ਜਿੰਦੇ ਕੁੰਡੇ ਲਾ ਲਏ, ਦੂਜੇ ਪਾਸੇ ਗੁਰਦੁਆਰੇ ਵਾਲਿਆਂ ਨੇ ਖੋਲਤੇ ਕੁੰਡੇ ਦਰਵਾਜ਼ੇ ਆਪਦੇ। ਜਦੋਂ ਖਾਕੀ ਵਰਦੀ ਵਾਲੇ ਉੱਥੇ ਅੰਦਰ ਗੁਰਦੁਆਰੇ ਤੱਕ ਉਹਨਾਂ ਦੇ ਮਗਰ ਆਏ, ਬੰਗਲਾ ਸਾਹਿਬ ਤੱਕ, ਤਾਂ ਉਹਨਾਂ ਨੂੰ ਉੱਥੋਂ ਗੁਰਦੁਆਰਾ ਸਾਹਿਬ ਵਾਲਿਆਂ ਨੇ ਤੋਰ ਦਿੱਤਾ, ਭਾਈ ਇਹ ਹੁਣ ਮੰਦਿਰ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਆ ਗਏ। ਸੋ ਸੁਭਾਵਿਕ ਤੌਰ ਤੇ ਜਿਹੜੀ ਇੱਕ ਸਾਡੇ ਫਲਸਫੇ ਦੀ ਗੱਲ ਹੈ ਕਿ ਜਿਹੜਾ ਗੁਰਦੁਆਰਾ ਉਹ ਉੱਥੇ ਭੁੱਖੇ ਨੂੰ ਅੰਨ ਮਿਲਦਾ, ਤੇ ਜਿਹੜਾ ਸ਼ਰਨਾਗਤ ਆ ਉਹਨੂੰ ਸ਼ਰਨ ਮਿਲਦੀ ਆ, ਏਦਾਂ ਸਾਡੇ ਬੰਦੇ ਦੱਸਦੇ ਰਹਿੰਦੇ ਆ। ਉਹ ਅਸੀਂ ਸਾਰਾ ਉੱਥੇ ਆ ਵਰਤਾਰਾ ਦੇਖ ਰਹੇ ਹਾਂ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦਾ ਸਾਰਾ ਜਿਹੜਾ ਆਲਾ ਦੁਆਲਾ ਅੰਦਰ ਉਹ ਲੋਕਾਂ ਨਾਲ ਭਰਿਆ ਪਿਆ। ਘੰਟਾ ਕੁ ਪਹਿਲਾਂ ਵੀਡੀਓ ਦੇਖ ਰਹੇ ਸੀ ਕਿ ਬਹੁਤ ਸਾਰੇ ਸਿੱਖ ਸਰਦਾਰ ਜਿਹੜੇ ਆ ਉਹ ਪੁਲਿਸ ਵਾਲਿਆਂ ਨੂੰ ਪਾਸੇ ਕਰਕੇ ਉੱਥੋਂ ਅੰਦਰੋਂ ਉਹਨਾਂ ਲਈ ਲਾਂਘਾ ਬਣਾ ਰਹੇ ਆ, ਔਰ ਉਹ ਮੁੰਡੇ ਕੁੜੀਆਂ ਦੱਸ ਰਹੇ ਨੇ ਕਿ ਦੇਖੋ ਜੀ ਹੁਣ ਸਰਦਾਰ ਜਿਹੜੇ ਭਰਾ ਨੇ ਉਹ ਸਾਡੀ ਰਾਖੀ ਲਈ ਆਏ। ਹੁਣ ਇਹ ਤਾਂ ਗੱਲ ਪੱਕੀ ਆ ਕਿ ਜਿਹੜੇ ਮੁੱਦੇ ਉੱਤੇ ਉਹ ਲੜ ਰਹੇ ਨੇ ਉਹ ਸੱਚਾ ਹੈ, ਸਹੀ ਹੈ, ਪਰ ਮੋਦੀ ਸਰਕਾਰ ਦਾ ਜ਼ੁਲਮ ਜਿਹੜਾ ਹੈ ਇਹ ਉਹੀ ਜ਼ੁਲਮ ਹੈ ਜਿਹੜਾ ਸਾਡੀ ਕੌਮ ਨੇ ਕਿਸਾਨ ਸੰਘਰਸ਼ ਮੌਕੇ ਝੱਲੇ। ਇਸ ਸਾਰੇ ਸਮੇਂ ਦੌਰਾਨ ਅਸੀਂ ਵੀ ਬੜੇ ਜਲੀਲ ਹੋਏ, ਤੇ ਜਦੋਂ ਅਸੀਂ ਕਿਸਾਨ ਮੋਰਚੇ ਮੌਕੇ ਉਹਨਾਂ ਦੀਆਂ, ਮੋਦੀ ਸਰਕਾਰ ਦੀਆਂ ਜਿਹੜੀਆਂ ਭੈੜੀਆਂ ਨੀਚ ਸਾਜ਼ਿਸ਼ਾਂ ਨੇ ਉਹਨਾਂ ਬਾਰੇ ਦੁਨੀਆ ਨੂੰ ਦੱਸਦੇ ਸੀ, ਤਾਂ ਜਿਹੜੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਅੰਦਰ ਸ਼ਰਨ ਲੈਣ ਆਏ ਨੇ ਬੱਚੇ, ਇਹਨਾਂ ਦੇ ਮਾਪੇ, ਇਹਨਾਂ ਦੇ ਪਰਿਵਾਰ ਸਾਡੀ ਖਿੱਲੀ ਅੜਾਉਂਦੇ ਹੁੰਦੇ ਸੀ ਵੀ ਐਵੇਂ ਮਾਰੀ ਜਾਂਦੇ ਆ, ਮੋਦੀ ਇਹੋ ਜਿਹਾ ਕੁਛ ਥੋੜੀ ਕਰਦਾ। ਖੈਰ, ਖਾੜਕੂ ਲਹਿਰ ਦੇ ਬਾਰੇ, ਸਿੱਖ ਸੰਘਰਸ਼ ਦੇ ਬਾਰੇ ਪੰਜਾਬ ਤੋਂ ਬਾਹਰ ਬਹੁਤ ਵੱਡੇ ਭਰਮ ਨੇ,
ਉਹ ਭਰਮਾਂ ਕਰਕੇ, ਉਹ ਵਰਤਾਂਤ ਕਰਕੇ, ਜਿਹੜਾ ਸਟੇਟ ਦਾ ਵਰਤਾਂਤ, ਇਹ ਲੋਕ ਸਾਡੇ ਖਿਲਾਫ ਨੇ। ਹੁਣ ਮੌਕਾ ਆ ਕਿ ਅਸੀਂ ਇਹਨਾਂ ਨੂੰ ਇਹਨਾਂ ਦੇ ਹਿਸਾਬ ਕਿਤਾਬ ਵਿੱਚ ਹੀ ਦੱਸੀਏ ਕਿ ਭਰਾਵੋ, ਅਸੀਂ ਜੇ ਉਹੋ ਜਿਹੇ ਹੁੰਦੇ ਜਿਹੋ ਜਿਹਾ ਤੁਹਾਨੂੰ ਇੰਡੀਆ ਨੇ ਦੱਸਿਆ ਹੋਇਆ ਸਾਡੇ ਬਾਰੇ, ਤਾਂ ਫਿਰ ਅਸੀਂ ਤੁਹਾਡੇ ਨਾਲ ਜਿਹੜਾ ਕਰ ਰਹੇ ਹਾਂ ਇਹ ਕਿਉਂ ਕਰਦੇ। ਅਸੀਂ ਇਹ ਗੱਲ ਬਾਰ-ਬਾਰ ਕਹੀ ਹੈ ਕਿ ਭਾਰਤੀ ਸਟੇਟ ਨੇ ਆਪਦੇ ਕਾਇਟਾਂ ਟੌਟਾਂ ਰਾਹੀਂ ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਲਈ ਇਹੋ ਜਿਹੀਆਂ ਕਰਤੂਤਾਂ ਕਰਵਾਈਆਂ ਨੇ, ਜਿਨ੍ਹਾਂ ਨਾਲ ਸਾਡੇ ਸੰਘਰਸ਼ ਦੇ ਖਿਲਾਫ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਹੋਈ। ਇਹੋ ਜਿਹੇ ਕਾਇਟਾਂ ਟੌਟਾਂ ਨੂੰ ਜਿਹੜੇ ਲੱਗਦੇ ਬਿਲਕੁਲ ਸਿੱਖਾਂ ਵਰਗੇ ਹੀ ਹੈ, ਖਾੜਕੂਆਂ ਵਰਗੇ, ਸਿੱਖਾਂ ਦੇ ਵਿੱਚੋਂ ਪੱਟ ਕੇ ਸਟੇਟ ਨੇ ਜੋ ਕੁਝ ਕੀਤਾ ਕਰਾਇਆ, ਉਹ ਜਦੋਂ ਵੀ ਅਸੀਂ ਦੱਸਦੇ ਰਹੇ ਹਾਂ ਉਦੋਂ ਇੰਡੀਅਨ ਸਟੇਟ ਸਿਸਟਮ ਦੇ ਮਕੜ ਜਾਲ 'ਚ ਫਸ ਕੇ ਪੰਜਾਬ ਤੋਂ ਬਾਹਰ ਲੋਕ ਸਾਡਾ ਯਕੀਨ ਕਰਨ ਤੋਂ ਇਨਕਾਰ ਕਰਦੇ ਰਹੇ। ਮਤਲਬ ਕਿ ਜਦੋਂ ਅਸੀਂ ਇਹ ਕਹਿਣਾ ਕਿ ਜੀ ਪੁਲਿਸ ਵਾਲੇ ਚਿੱਟੇ ਕੁੜਤੇ ਪਜਾਮੇ ਪਾ ਕੇ, ਰਾਤਾਂ ਨੂੰ ਪੀਲੇ ਪਰਨੇ ਬੰਨ੍ਹ ਕੇ, ਖਾੜਕੂਆਂ ਵਰਗੇ ਪਹਿਰਾਵੇ ਵਿੱਚ ਇਹੋ ਜਿਹੀਆਂ ਕਰਤੂਤਾਂ ਕਰਦੇ ਰਹੇ ਆ ਜਿਹਦੇ ਨਾਲ ਸਾਡੇ ਖਿਲਾਫ ਨਫ਼ਰਤ ਪੈਦਾ ਹੋਈ ਹੈ, ਤਾਂ ਦਿੱਲੀ ਵਾਲੇ ਸੁਣ ਕੇ ਜਾਂ ਹਰਿਆਣੇ, ਹਿਮਾਚਲ ਜਾਂ ਬਾਹਰ ਵਾਲੇ ਸੁਣ ਕੇ ਹੱਸ ਪੈਂਦੇ ਹੈ ਕਿ ਐਵੇਂ ਮਰੀ ਜਾਂਦੇ ਹੋ, ਤੁਹਾਡੇ ਖਾੜਕੂਆਂ ਨੇ ਇਹ ਸਾਰਾ ਕੁਝ ਕੀਤਾ। ਇਹ ਗੱਲ ਹੁਣੇ ਆ ਸਤਲੁਜ ਫਿਲਮ ਤੋਂ ਬਾਅਦ ਜਿਹੜਾ ਮਾਹੌਲ ਬਣਿਆ, ਇਹਦੇ ਵਿੱਚ ਵੀ ਬਾਰ-ਬਾਰ ਕਹੀ ਗਈ ਕਿ ਹੁਣ ਕਾਹਤੋਂ ਮੁੱਕਰਦੇ ਹੋ, ਤੁਸੀਂ ਕੀਤੀਆਂ ਨੇ ਸਾਰੀਆਂ ਵਾਰਦਾਤਾਂ, ਤੁਸੀਂ ਹੁਣ ਐਵੇਂ ਨਾ ਮੁੱਕਰੋ। ਤੋਂ ਅੱਜ ਇਹ ਗੱਲ ਮੈਂ ਕਿਉਂ ਕਰ ਰਿਹਾ, ਅੱਜ ਘੱਟੋ ਘੱਟ 30 ਇਹੋ ਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ, ਜਿਨ੍ਹਾਂ ਵਿੱਚ ਪ੍ਰਦਰਸ਼ਨਕਾਰੀ ਮੁੰਡੇ ਕੁੜੀਆਂ ਵੀਡੀਓ ਬਣਾ ਕੇ ਗਵਾਹੀ ਬਣਾ ਰਹੇ ਆ, ਸਬੂਤ ਬਣਾ ਰਹੇ ਨੇ ਕਿ ਆਹ ਦੇਖੋ, ਆ ਜਿਹੜੀ ਬੱਸ ਭੰਨੀ ਜਾ ਰਹੀ ਹੈ, ਇਹ ਆਪ ਪੁਲਿਸ ਵਾਲੇ ਭੰਨ ਰਹੇ ਨੇ ਸ਼ੀਸ਼ੇ ਉਹਦੇ। ਪਰ ਇਹ ਸਾਡੇ ਖਿਲਾਫ ਲੋਕਾਂ ਨੂੰ ਭੜਕਾਉਣ ਲਈ ਇਹ ਸਾਰਾ ਮਾਹੌਲ ਬਣਾਇਆ ਜਾ ਰਿਹਾ। ਇਵੇਂ ਹੀ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਚਿੱਟ ਕੱਪੜੀਏ ਇਹੋ ਜਿਹੇ ਬੰਦੇ ਆ ਜਿਹੜੇ ਪੁਲਿਸ ਵਾਲਿਆਂ ਵਾਂਗੂ ਹੀ ਲੋਕਾਂ ਤੇ ਕਟਾਪਾ ਚਾੜਦੇ ਆ, ਲੋਕਾਂ ਨੂੰ ਮਾਰਦੇ ਆ, ਪਰ ਉਹਨਾਂ ਤੇ ਕੋਈ ਵਰਦੀ ਨਹੀਂ, ਉਹਨਾਂ ਦੀ ਕੋਈ ਪਛਾਣ ਨਹੀਂ। ਜਦੋਂ ਨੌਜਵਾਨ ਉਹਨਾਂ ਦੀ ਵੀਡੀਓ ਬਣਾ ਕੇ ਪੁੱਛਦੇ ਆ ਉਹਨਾਂ ਨੂੰ ਕਿ ਤੁਸੀਂ ਕੌਣ, ਤਾਂ ਕੋਈ ਦੱਸਦਾ ਨਹੀਂ। ਇਹ ਸਾਰੀ ਬੜੀ ਲੰਬੀ ਚੌੜੀ ਉੱਥੇ ਕਹਾਣੀ ਆ, ਪਰ ਉਹਨਾਂ ਸਾਰੀਆਂ ਵੀਡੀਓਜ਼ ਦਾ ਸਾਂਝਾ ਮਕਸਦ ਤਾਂ ਇਹੀ ਹੈ ਨਾ ਕਿ ਮੋਰਚੇ ਵਾਲੇ ਇਹ ਕਹਿ ਰਹੇ ਨੇ ਕਿ ਤੁਸੀਂ ਘਰਾਂ 'ਚ ਬੈਠ ਕੇ ਟੀਵੀ ਚੈਨਲਾਂ ਦੇ ਰਾਹੀਂ ਜੋ ਸਾਡੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ, ਉਹਦੇ ਅਸਰ ਹੇਠ ਨਾ ਆ ਜਿਓ। ਅਸੀਂ ਤਾਂ ਬੜਾ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੇ ਹੱਕ ਲਈ ਲੜ ਰਹੇ ਹਾਂ, ਪਰ ਦੇਖੋ ਇਹ ਸਾਡੇ ਤੇ ਜ਼ੁਲਮ ਕਰ ਰਹੇ। ਜਿਹੜੀ ਗੱਲ ਇਹ ਭਰਾ ਸਾਡੇ ਬੱਚੇ ਇਹ ਕਹਿ ਰਹੇ ਨੇ, ਇਹੀ ਗੱਲ 1984 ਤੱਕ ਸੰਤ ਭਿੰਡਰਾਂਵਾਲੇ, ਸੰਤ ਲੌਂਗੋਵਾਲ ਤੇ ਕੌਮ ਸਾਰੀ ਪਿੱਟ ਕੇ ਮਰ ਗਈ ਕਿ ਜਿਹੜੀਆਂ ਵਾਰਦਾਤਾਂ ਇਸ ਮੌਕੇ ਹੋ ਰਹੀਆਂ ਨੇ ਇਹ ਸਾਡੇ ਵੱਲੋਂ ਨਹੀਂ ਹੋ ਰਹੀ। ਅਸੀਂ ਤਾਂ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਕਾਮਯਾਬ ਇੱਕ ਅੰਦੋਲਨ ਚਲਾ ਰਹੇ ਹਾਂ, ਜਿਹਦਾ ਮਕਸਦ ਆਨੰਦਪੁਰ ਦਾ ਮਤਾ ਹੈ। ਅਸੀਂ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਮੀਟਿੰਗਾਂ ਕਰ ਰਹੇ ਹਾਂ, ਅਸੀਂ ਸਟੇਟ ਦੇ ਭੇਜੇ ਹੋਏ ਬੰਦਿਆਂ ਨਾਲ ਗੱਲ ਕਰ ਰਹੇ ਹਾਂ, ਪਰ ਇਹ ਮਾਹੌਲ ਕੁਝ ਹੋਰ ਸਿਰਜ ਰਹੇ ਨੇ। ਜਿਵੇਂ ਅੱਜ ਇਹ ਵਿਚਾਰੇ ਪਿੱਟਦੇ ਫਿਰਦੇ ਆ ਮੋਰਚੇ ਵਾਲੇ, ਉਦੋਂ ਸਾਡੇ ਮੋਰਚੇ ਵਾਲੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਪਰ ਆਖਰ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਗਿਆ ਕਿ ਮਈ 1984 ਨੂੰ ਭਾਰਤ ਵਿੱਚ ਲੋਕ ਆਪ ਕਹਿਣ ਲੱਗ ਪਏ ਕਿ ਹੁਣ ਤਾਂ ਦਰਬਾਰ ਸਾਹਿਬ ਦੇ ਵਿੱਚ ਫੌਜ ਭੇਜ ਕੇ, ਪੁਲਿਸ ਭੇਜ ਕੇ ਅੰਦਰ ਕੁਝ ਕਰਨਾ ਚਾਹੀਦਾ। ਇਹੀ ਗੱਲ ਉਹ ਹੈ ਜਿਹੜੀ ਅੱਜ ਮੋਰਚੇ ਮੌਕੇ ਉੱਥੇ ਵੀਡੀਓ ਪਾ ਕੇ ਦਿਖਾ ਰਹੇ ਨੇ। ਉਹਨਾਂ ਨੂੰ ਸਾਫ਼ ਪਤਾ ਲੱਗ ਰਿਹਾ ਮੋਰਚੇ ਵਾਲਿਆਂ ਨੂੰ ਕਿ ਸਾਡੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ,
ਜਿੰਨੇ ਵੱਡੇ ਚੈਨਲ ਨੇ ਜਿਹੜੇ ਗੋਦੀ ਮੀਡੀਆ ਉਹ ਲਗਾਤਾਰ ਲੱਗੇ ਹੋਏ ਨੇ, ਉਹਨਾਂ ਨੇ ਇਸ ਮੋਰਚੇ ਦੇ ਖਿਲਾਫ ਨੈਰੇਟਿਵ ਸਿਰਜਿਆ ਹੋਇਆ। ਤੇ ਜਿੰਨੀਆਂ ਵੀ ਐਂਕਰ ਕੁੜੀਆਂ ਨੇਗੀਆਂ ਬੀਬੀਆਂ, ਉਹ ਸਾਰੀਆਂ ਅੰਜਨਾ, ਓਮ ਕਸ਼ਯਪ ਤੇ ਹੋਰ ਲੱਲੜ ਪੱਲੜ, ਉਹ ਪੂਰਾ ਮਾਹੌਲ ਸਿਰਜਿਆ ਜਾ ਰਿਹਾ ਕਿ ਇਹ ਜੋ ਕੁਝ ਹੈ ਇਹ ਤਾਂ ਦੇਸ਼ ਵਿੱਚ ਅਫੜਾ ਦਫੜੀ ਫੈਲਾਉਣ ਵਾਲੀ ਕੋਈ ਗੇੜ, ਇਹਦੇ ਪਿੱਛੇ ਜੀ ਕੋਈ ਸਿਆਸਤ ਵਾ, ISI ਆ, ਇਹਦੇ ਪਿੱਛੇ ਜੇ ਆ, ਇਹਦੇ ਪਿੱਛੇ ਉਹ ਆ। ਉਹ ਜਿਸ ਤਰੀਕੇ ਨਾਲ ਪੱਤਰਕਾਰਾਂ ਦੇ ਉੱਤੇ ਹਮਲਿਆਂ ਦੀਆਂ ਜਾਲੀ ਵੀਡੀਓਜ਼, ਪਹਿਲਾਂ ਨੀਟ ਖਿਲਾਫ ਨੀਟ ਮਾਮਲੇ ਉੱਤੇ ਚੱਲ ਰਹੇ ਐਜੀਟੇਸ਼ਨ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰਾਈ ਜਾਂਦੀ ਆ ਆਪ, ਜਾਣੀ ਕਿ RSS ਦੇ BJP ਦੇ ਬੰਦੇ ਮਿੱਥ ਕੇ ਕੋਈ ਘਟਨਾ ਵਾਪਰਾਉਂਦੇ ਆ, ਉਹਦੀ ਵੀਡੀਓ ਬਣਦੀ ਆ, ਫਿਰ ਅੰਜਨਾ, ਓਮ ਕਸ਼ਯਪ ਜਾਂ ਕੋਈ ਹੋਰ ਚੈਨਲ ਉੱਤੇ ਚਲਾ ਕੇ ਵੀ ਦੇਖੋ ਆ ਕੀ ਕਰਦੇ ਆ। ਇੱਕ ਪੱਤਰਕਾਰ ਕੁੜੀ ਹੈ, ਉਹਦੇ ਨਾਲ ਉੱਥੇ ਕੋਈ ਬੰਦੇ ਬਦਸਲੂਕੀ ਕਰ ਰਹੇ ਨੇ ਵੀ ਤੁਸੀਂ ਤਾਂ ਜੀ ਗੋਦੀ ਮੀਡੀਆ ਵਾਲਿਓ, ਤੁਸੀਂ ਜਾਓ ਇੱਥੋਂ। ਉਹਦੀ ਵੀਡੀਓ ਬਹੁਤ ਵੱਡੇ ਪੱਧਰ ਤੇ ਵੱਡੇ ਚੈਨਲਾਂ ਤੇ ਦਿਖਾ ਕੇ ਦੇਖੋ ਜੀ, ਇਹਨਾਂ ਕੋਲੇ ਵਿਦੇਸ਼ੀ ਮੀਡੀਆ ਆ ਜਾਵੇ ਤਾਂ ਇਹ ਗੱਲ ਉਹਨਾਂ ਦੀ ਕਦਰ ਕਰਦੇ ਆ, ਪਰ ਸਾਡਾ ਇਹ ਐ ਕਰਦੇ ਆ। ਇੱਕ ਤਾਂ ਵੈਸੇ ਹੀ ਆਮ ਉੱਥੇ ਲੋਕਾਂ ਦੇ ਵਿੱਚ ਹੈਗਾ ਵੀ ਇਹ ਗੋਦੀ ਮੀਡੀਆ, ਦੂਜਾ ਜੇ ਕਿਸੇ ਨੇ ਭਾਵਨਾ ਬਸ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਾਓ ਤਾਂ ਐਡਾ ਕਿੱਡਾ ਕੁ ਬੰਬ ਡਿੱਗ ਪਿਆ। ਪਰ ਇਹ ਮੀਡੀਆ ਦਾ ਕੰਮ ਕੀ ਹੁੰਦਾ? ਮੀਡੀਆ ਬਾਰੇ ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਜੀ ਤੁਸੀਂ ਇਹਦੇ ਰਾਹੀਂ ਆਪਦੀ ਗੱਲ ਲੋਕਾਂ ਤੇ ਕਰੋਪੜ ਦੀ ਕਰਨੀ, ਪਰ ਭਾਰਤ ਦਾ ਮੀਡੀਆ ਇਹ ਕਹਿੰਦਾ ਕਿ ਅਸੀਂ ਤਾਂ ਗੋਦੀ ਮੀਡੀਆ ਵਾਂ, ਅਸੀਂ ਤਾਂ ਮੋਦੀ ਤੰਤਰ ਦਾ ਬਚਾਅ ਕਰਨਾ ਤੇ ਮੋਰਚੇ ਵਾਲਿਆਂ ਦੇ ਖਿਲਾਫ ਮਾਹੌਲ ਸਿਰਜਣਾ। ਹੁਣ ਪੂਰਾ ਲੱਗ ਰਿਹਾ ਕਿ ਜੇ ਕੰਮ ਲੋਟ ਜਿਸ ਤਰੀਕੇ ਨਾਲ ਮੋਦੀ ਤੰਤਰ ਸਾਰਾ ਕਰ ਰਿਹਾ, ਮਾਹੌਲ ਸਿਰਜ ਰਿਹਾ, ਕੋਈ ਵੱਡੀ ਕਾਰਵਾਈ ਇਸ ਮੋਰਚੇ ਦੇ ਖਿਲਾਫ ਹੋਊ। ਮੈਨੂੰ ਇਹ ਗੱਲਾਂ ਤਾਂ ਕਰਨੀਆਂ ਪੈ ਰਹੀਆਂ ਨੇ ਕਿ ਸਾਡੇ ਨਾਲ ਇਹ ਸਾਰਾ ਕੁਝ ਵਾਪਰਿਆ 1984 ਦੇ ਮਈ ਮਹੀਨੇ 'ਚ, ਜਿਵੇਂ ਸਾਡੇ ਸਾਰਿਆਂ ਨੂੰ ਅਹਿਸਾਸ ਹੋ ਗਿਆ ਸੀ ਕਿ ਕੁਝ ਵੱਡਾ ਵਾਪਰੂਗਾ, ਉਵੇਂ ਇਸ ਮੌਕੇ ਮੋਰਚੇ ਦੇ ਵਿੱਚ ਦਿੱਲੀ 'ਚ ਲੋਕਾਂ ਨੂੰ ਲੱਗਣ ਲੱਗ ਪਏ, ਅਗਲਿਆਂ ਨੇ ਖਿੱਚ ਤੱਕ। ਤੇ ਇਹੀ ਸਰਕਾਰ ਦੀ ਕਾਮਯਾਬੀ। ਖਾੜਕੂ ਲਹਿਰ ਆਈ ਉਦੋਂ ਜਦੋਂ ਬਹੁਤ ਵੱਡੇ ਪੱਧਰ ਤੇ 90, 91, 92, 93 ਚ ਲੋਕਾਂ ਦਾ ਘਾਣ ਹੋਇਆ, ਉਦੋਂ ਵੀ ਟੈਕਟਾਂ ਟੌਟਾਂ ਰਾਹੀਂ ਅਗਲਿਆਂ ਨੇ ਮਾਹੌਲ ਸਿਰਜ ਲਿਆ ਤੇ ਸਾਡੇ ਬਹੁਤ ਸਾਰੇ ਲੋਕ ਖੁਦ ਇਸ ਟਰੈਪ ਦਾ ਸ਼ਿਕਾਰ ਹੋ ਗਏ। ਉਹਨਾਂ ਨੂੰ ਲੱਗਦਾ ਰਿਹਾ ਕਿ ਸਾਰਾ ਕੁਝ ਖਾੜਕੂ ਕਰਦੇ। ਇਹ ਗੱਲ ਅੱਜ ਦੇ ਮਾਹੌਲ ਵਿੱਚ, ਜਦੋਂ ਕਿ YouTube ਚੈਨਲਾਂ ਦਾ, ਸੋਸ਼ਲ ਮੀਡੀਆ ਦਾ ਇੰਨਾ ਬੋਲਬਾਲਾ ਅੱਜ ਦੀ ਤਰੀਕ ਵਿੱਚ ਵੀ ਉਹਨਾਂ ਲਈ ਸੌਖੀ ਹੈ। ਕੈਨੇਡਾ, ਅਮਰੀਕਾ ਦਾ ਕਿੰਨਾ ਰੌਲਾ ਪੈ ਰਿਹਾ, 50-60 ਬੰਦੇ ਫੜੇ ਆ ਉਹਨਾਂ ਨੇ। ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਵਰਗਿਆਂ ਦੀ ਤਾਂ ਗੱਲ ਛੱਡੋ, ਪੁਲਿਸ ਦੇ ਵੱਡੇ ਅਧਿਕਾਰੀ ਕਤਲੋਗਾਰਦ ਕਰਾ ਰਹੇ ਨੇ। ਬਾਹਰਲੇ ਮੁਲਕਾਂ 'ਚ ਉਹਨਾਂ ਦੇ ਗੁੰਡੇ ਬੈਠੇ ਆ, ਇੱਥੇ ਪੁਲਿਸ ਵਾਲੇ ਬੈਠੇ ਆ ਜੀ, ਕੀ ਕਰਾਂਗੇ? ਜਿੱਥੇ ਸਿਆਸੀ ਭਲਵਾਨ, ਪੁਲਿਸ ਵਾਲੇ ਤੇ ਗੁੰਡਿਆਂ ਦਾ ਇੰਨਾ ਨਿੱਘਾ ਮੋਹ ਮੁਹੱਬਤ ਵਾਲਾ ਰਿਸ਼ਤਾ, ਉੱਥੇ ਆਮ ਬੰਦੇ ਦਾ ਕੀ ਆ ਜੀ? ਸੋ ਜਿਹੜੇ ਕੈਟਾਂ ਟੌਟਾਂ ਰਾਹੀਂ ਅੱਜ ਦੇ ਦੌਰ ਵਿੱਚ ਸਾਰਾ ਕੁਝ ਕਰਵਾਈ ਜਾਂਦੇ ਆ ਤੇ ਦੂਜੇ ਮੁਲਕ ਦੱਸ ਰਹੇ ਨੇ ਕਿ ਭਾਈ ਸਿੱਖਾਂ ਨੂੰ ਬਦਨਾਮ ਕਰਨ ਲਈ ਇੰਟਰਨੈਸ਼ਨਲ ਲੈਵਲ ਤੇ ਅਗਲੇ ਲੱਗੇ ਹੋਏ ਨੇ। ਉਹ ਸੋਚੋ ਅੱਜ ਤੋਂ 30 ਸਾਲ 40 ਸਾਲ ਪਹਿਲਾਂ ਇੱਥੇ ਕੀ ਕੁਝ ਕੀਤਾ ਹੋਣਾ ਸਟੇਟ। ਸੋ ਜਿਹੜੀ ਸਿੱਖ ਹੱਕਾਂ ਦੀ ਗੱਲ ਹੈ, ਉਹ ਜਿਹੜੇ ਮੁੱਦੇ ਸੀ ਜਿਨ੍ਹਾਂ ਲਈ ਆਨੰਦਪੁਰ ਦਾ ਮਤਾ ਸੀ, ਉਹ ਤਾਂ ਰੁਲ ਗੁਲ ਗਏ। ਫਿਰ ਅਕਾਲੀ ਲੀਡਰਸ਼ਿਪ ਇੰਨੀ ਕੁ ਦਹਿਲ ਗਈ, ਇਹ ਕਹਿੰਦੇ ਵੀ ਬਹੁਤ ਮਾੜਾ ਹੋ ਗਿਆ, ਹੁਣ ਛੱਡੋ, ਅੱਜ ਤੋਂ ਬਾਅਦ ਆਪਾਂ ਆਨੰਦਪੁਰ ਦੇ ਮਤੇ ਦਾ, ਸਿੱਖਾਂ ਦੇ ਮਸਲਿਆਂ ਦੀ ਗੱਲ ਹੀ ਨਹੀਂ ਕਰਨੀ। ਇਹਨਾਂ ਨੇ ਮੁੜ ਕੇ ਭੋਗ ਹੀ ਪਾਤਾ, ਪੰਥਕ ਏਜੰਡਾ ਤਿਆਗਤਾ। ਬਾਦਲ ਸਾਹਿਬ ਇੰਨੇ ਜ਼ਿਆਦਾ ਚਾਲੂ ਹੋਏ ਸੀ, ਜਦੋਂ ਕਿ ਉਹਨਾਂ ਨੂੰ ਕਹਿੰਦਾ ਸੀ ਵੀ ਆਪਾਂ ਪੰਥਕ ਗੱਲਾਂ ਵੀ ਕਰਿਆ ਕਰੀਏ, ਤਾਂ ਉਹ ਸ਼ਰੇਆਮ ਕਹਿੰਦਾ ਸੀ ਕਿ ਪੰਥਕ ਏਜੰਡੇ ਨਾਲ ਦੇਸ਼ ਦੀ, ਪੰਜਾਬ ਦੀ ਸ਼ਾਂਤੀ ਭੰਗ ਹੋ ਜੂ। ਸੋ ਜਦੋਂ
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ, ਅਕਾਲੀ ਦਲ ਦੇ ਪ੍ਰਧਾਨ ਨੂੰ ਪੰਥ ਦੀ ਗੱਲ ਕਰਨਾ ਸ਼ਾਂਤੀ ਭੰਗ ਕਰਨ ਵਾਲਾ ਲੱਗਣ ਲੱਗ ਪਿਆ। ਮੈਂ ਉਹ ਖਬਰ ਸਾਂਭ ਕੇ ਰੱਖੀ ਹੋਈ ਹੈ, ਇੰਡੀਅਨ ਐਕਸਪ੍ਰੈਸ ਤੇ ਵੱਡੀ ਖਬਰ ਲੱਗੀ ਸੀ। ਦੇਸ਼ ਪੰਜਾਬ ਨੇ ਬਾਅਦ ਵਿੱਚ ਉਹਨੂੰ ਆਪਣੇ ਮੈਗਜ਼ੀਨ 'ਚ ਵੀ ਛਾਪਿਆ ਸੀ। ਪਰ ਅੱਜ ਤੁਸੀਂ ਦੇਖੋ ਕਿ ਜਦੋਂ ਬਾਦਲ ਕਿਆ ਨੇ ਪੰਥਕ ਏਜੰਡਾ ਤਿਆਗ ਕੇ ਗੈਰ ਪੰਥਕ ਲੋਕਾਂ ਦੀ ਵੋਟ ਲੈਣ ਦੇ ਲਾਲਚ ਵਿੱਚ ਸਿੱਖਾਂ ਉੱਤੇ ਜ਼ੁਲਮ ਕੀਤਾ, ਗੁੱਚੜਾਂ ਨੂੰ, ਉਹਨਾਂ ਸਾਰੇ ਪੁਲਸੀਆਂ ਨੂੰ ਵੱਡੇ ਅਹੁਦੇ ਦਿੱਤੇ ਕਿ ਲੋਕਾਂ ਨੂੰ ਕੁੱਟੋ ਮਾਰੋ, ਜਿਨ੍ਹਾਂ ਨੇ ਪਹਿਲਾਂ ਜ਼ੁਲਮ ਕੀਤੇ ਸੀ। ਤਾਂ ਬਰਗਾੜੀ ਬਹਿਬਲ ਵਰਗੇ ਕਾਂਡ ਵਾਪਰੇ ਤੇ ਲੋਕਾਂ ਨੇ ਆਪਦਾ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਹਰਾਓ। ਜਦੋਂ ਸੱਤਾ ਤੋਂ ਪਰਾਂ ਹੋ ਗਏ ਤੇ ਬਾਦਲ ਕਿਆ ਨੇ ਸੋਚਿਆ ਵੀ ਇੱਕ ਵਾਰੀ ਹਾਰ ਗਏ, ਕੋਈ ਨਾ, ਅੱਗੇ ਵੀ ਹਾਰਦੇ ਹੀ ਰਹੇ ਆ। ਪਹਿਲਾਂ ਕਾਂਗਰਸ ਹੁੰਦੀ ਸੀ ਤੇ ਹੁਣ ਵੀ ਕਾਂਗਰਸ ਆ। ਅਗਲੀ ਵਾਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ। ਹੁਣ 10 ਸਾਲ ਹੋ ਗਏ ਸੱਤਾ ਤੋਂ ਪਰਾਂ ਤੇ ਬਾਦਲ ਕਿਆ ਨੂੰ ਬੜਾ ਔਖਾ ਲੱਗਦਾ। ਤਾਂ ਇਸ ਮਾਹੌਲ ਵਿੱਚ ਅੱਜ ਕੱਲ ਬਾਦਲ ਦਲ ਵਾਲੇ ਪੰਥਕ ਵੰਡ ਦੀ, ਜਾਂ ਇਉਂ ਕਹੀਏ ਕਿ ਸਾਰੀਆਂ ਗੱਲਾਂ ਦੇ ਵਿੱਚ ਆਪਾਂ ਨੂੰ, ਕੌਮ ਨੂੰ, ਸਿੱਖਾਂ ਨੂੰ ਝੂਠਾ ਸਾਬਤ ਕਰਨ ਦੀ ਖੇਡ ਖੇਡ ਰਹੇ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਵੀ ਅਸੀਂ ਧਰਮ ਯੁੱਧ ਮੋਰਚਾ ਲਾਵਾਂਗੇ। ਲੋਕਾਂ ਨੇ ਬੜੀ ਆਲੋਚਨਾ ਕੀਤੀ, ਮਜ਼ਾਕ ਬਣਾਇਆ ਕਿ ਤੁਹਾਡੇ ਕੋਲੇ ਕਿਹੜਾ ਧਰਮ ਯੁੱਧ ਮੋਰਚਾ ਲਾਉਂਦੇ ਸੀ ਕਸ਼ਹਿਰਿਆਂ ਵਾਲੇ ਉਹ ਅਕਾਲੀ, ਜਿਨ੍ਹਾਂ ਦੀਆਂ ਨੀਲੀਆਂ ਦਸਤਾਰਾਂ, ਸਿੱਧੇ ਸਾਦੇ ਧਰਮੀ ਲੋਕ, ਜਿਨ੍ਹਾਂ ਦੇ ਬਾਣੀ ਕੰਠ ਸੀ, ਜੇਲ੍ਹਾਂ 'ਚ ਰਹਿਣਾ, ਆਪਦੀ ਜਿਹੜੀ ਕੌਮ ਦੀ ਲੜਾਈ ਆ ਉਹ ਸਿਰ ਧੜ ਦੀ ਬਾਜੀ ਲਾ ਕੇ ਲੜਨਾ ਉਹਨਾਂ ਦਾ ਜੀਵਨ ਸੀ। ਤੁਸੀਂ ਤਾਂ ਜਿਹੜੇ ਆ ਲਈ ਫਿਰਦੇ ਹੋ ਰੋਮੀ, ਟੋਮੀ, ਬੋਨੀ, ਇਹ ਸਾਰੇ ਦੇ ਸਾਰੇ ਤਾਂ ਨੋਟ ਇਕੱਠੇ ਕਰਨ ਵਾਲੇ ਆ, ਲੋਕਾਂ ਉੱਤੇ ਜ਼ੁਲਮ ਕਰਨ ਵਾਲੇ ਆ। ਤੁਹਾਨੂੰ ਧਰਮ ਦੀ ਗੱਲ ਜਾਂ ਯੁੱਧ ਜਾਂ ਧਰਮ ਮੋਰਚੇ, ਇਹ ਤੁਸੀਂ ਕਿਹੜੀਆਂ ਗੱਲਾਂ ਕਰ? ਖੈਰ ਮੁੜ ਕੇ ਇਹਨਾਂ ਨੇ ਉਹ ਗੱਲ ਤਾਂ ਪਿੱਛੇ ਕਰਤੀ। ਅੱਜ ਕੱਲ ਸਤਲੁਜ ਫਿਲਮ ਦਾ ਮੁੱਦਾ ਬਣਿਆ ਹੋਣ ਕਰਕੇ ਨਵੀਆਂ ਹੀ ਸ਼ੋਸ਼ੇਬਾਜ਼ੀਆਂ। 1994 ਚ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀ। ਉਸ ਅਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਏਜੰਸੀਆਂ ਦੇ ਮੋਢਿਆਂ ਤੇ ਚੜ੍ਹ ਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਦਾ ਅਕਾਲੀ ਦਲ ਵੱਖਰਾ ਬਣਾਇਆ ਸੀ। ਪ੍ਰੋਫੈਸਰ ਮਨਜੀਤ ਸਿੰਘ ਨੂੰ ਜਦੋਂ ਉਹ ਬਾਰ-ਬਾਰ ਜਥੇਦਾਰ ਅਕਾਲ ਤਖਤ ਹੋਣ ਕਰਕੇ ਕਹਿ ਰਹੇ ਸੀ ਵੀ ਤੁਸੀਂ ਵੀ ਵਿੱਚ ਆਓ ਏਕਤਾ 'ਚ, ਜਿੰਨਾ ਜਲੀਲ ਬਾਦਲ ਕਿਆ ਨੇ ਕੀਤਾ ਉਹ ਇੱਥੇ ਅਖਬਾਰਾਂ ਪਈਆਂ। ਕਿਵੇਂ 1994 ਦੇ ਵਿੱਚ ਜਦੋਂ ਬਾਦਲ ਪੇਸ਼ ਹੋਣ ਆਇਆ, ਠੁੱਡੇ ਮਾਰੇ ਦਰਵਾਜ਼ੇ ਨੂੰ, ਭੱਜ ਦੌੜ ਕੀਤੀ, ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਖੱਦਰ ਪਾਇਆ ਬਾਦਲ ਕਿਆ ਨੇ। ਇਹਨਾਂ ਨੇ ਉਸ ਅਕਾਲੀ ਦਲ ਨੂੰ ਨਹੀਂ ਸੀ ਮੰਨਿਆ ਜਿਹਦੇ ਵਿੱਚ ਭਾਈ ਮਨਜੀਤ ਸਿੰਘ, ਕਰਨਲ ਜਸਮੇਰ ਸਿੰਘ ਬਾਲਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਇੱਕ ਉਹ ਦਿੱਲੀ ਵਾਲੇ ਜਿਹੜਾ ਬੱਬਰ ਅਕਾਲੀ ਦਲ ਵਾਲਾ ਨਾਰੰਗ ਸਾਹਿਬ ਸੀ ਸ਼ਾਇਦ, ਤੇ ਇਹਦਾ 6 ਜਿਹੜੇ ਆਗੂਆਂ ਨਾਲ ਅੱਗੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਦੇ ਪ੍ਰਧਾਨ ਬਣਾਏ ਸੀ। ਜਿਹੜਾ ਇਹ ਅਕਾਲੀ ਦਲ ਸੀ ਜਿਹ ਚ ਟੌੜਾ, ਤਲਵੰਡੀ, ਕਰਨਲ ਬਾਲਾ ਤੇ ਨਾਰੰਗ ਸਾਹਿਬ ਵਗੈਰਾ, ਭਾਈ ਮਨਜੀਤ ਸਿੰਘ ਵੀ ਸੀ, ਇਹ ਆਪਣਾ ਕੈਪਟਨ ਅਮਰਿੰਦਰ ਸਿੰਘ ਮਾਨ ਸਾਹਿਬ ਪ੍ਰਧਾਨ ਸੀ। ਇਹ ਜਿਹੜਾ ਅਕਾਲੀ ਦਲ ਬਣਿਆ ਸੀ ਅੰਮ੍ਰਿਤਸਰ ਅਕਾਲੀ ਦਲ, ਇਹਦੇ ਮਨੁੱਖੀ ਅਧਿਕਾਰ ਵਿੰਗ ਵਜੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਨੁੱਖੀ ਅਧਿਕਾਰ ਵਿੰਗ ਵਜੋਂ ਜਸਵੰਤ ਸਿੰਘ ਜੀ ਖਾਲੜਾ ਸ਼ਹੀਦ ਤੇ ਭਾਈ ਅਮਰੀਕ ਸਿੰਘ ਤੇ ਮੁਕਤਸਰ ਤੇ ਭਾਈ ਜਸਪਾਲ ਸਿੰਘ ਢਿੱਲੋਂ, ਇਹਨਾਂ ਨੇ ਕੰਮ ਕੀਤਾ। ਹੁਣ ਦੱਸੋ ਇਹ ਸਾਰੀ ਗੱਲ ਦਾ ਬਾਦਲ ਦਲ ਨਾਲ ਕੀ ਲਿੰਕ ਬਣ ਗਿਆ ਜੀ? ਬਾਦਲ ਦਲ ਵੱਖਰੀ ਚੀਜ਼ ਸੀ, ਅਕਾਲੀ ਦਲ ਅੰਮ੍ਰਿਤਸਰ ਵੱਖਰੀ ਚੀਜ਼ ਸੀ। ਇਹ ਗੱਲ ਵੱਖਰੀ ਆ ਕਿ ਬਾਅਦ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ
ਇਹ ਤਲਵੰਡੀ, ਚੌੜਾ, ਕੈਪਟਨ, ਇਹ ਸਾਰੇ ਛੱਡ ਕੇ ਭਾਈ ਮਨਜੀਤ ਸਿੰਘ ਵੀ ਭੱਜ ਗਏ। ਪਰ ਇਹ ਗੱਲ ਤਾਂ ਫੇਰ ਵੀ ਨਹੀਂ ਕਿਸੇ ਹਾਲਤ 'ਚ ਬਣਦੀ ਕਿ ਬਾਦਲ ਦਲ ਵਾਲੇ ਅਕਾਲੀ ਦਲ ਨਾਲ ਉਹਨਾਂ ਦਾ ਕੋਈ ਲਿੰਕ ਸੀ ਖਾਲੜਾ ਸਾਹਿਬ ਦਾ। ਹੁਣ ਅਗਲੀ ਗੱਲ, ਅੱਜ ਦੀ ਤਰੀਕ ਵਿੱਚ ਬੀਬੀ ਖਾਲੜਾ ਰਾਹੀਂ ਜਾਂ ਇਤਿਹਾਸ ਦੀ ਹੋਰ ਗੱਲ ਕਰਨ ਵਾਲਿਆਂ ਰਾਹੀਂ ਜਦੋਂ ਇਹ ਗੱਲ ਸਾਹਮਣੇ ਆਉਂਦੀ ਆ, ਤਾਂ ਇਸ ਗੱਲ ਨੂੰ ਜਿਹੜੇ ਬਾਦਲ ਦਲ ਵਾਲੇ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ, ਝੂਠ ਬੋਲੀ ਜਾਂਦਾ, ਕਹਿੰਦਾ ਜੀ ਉਹ ਤਾਂ ਸਾਡਾ ਹੀ ਬੰਦਾ ਸੀ, ਅਸੀਂ ਉਹਨੂੰ ਬਚਾਉਣ ਲਈ ਬਹੁਤ ਬਹੁਤ ਜ਼ੋਰ ਲਾਇਆ। ਦੇਸ਼ ਪੰਜਾਬ ਮੈਗਜ਼ੀਨ ਵਾਲੇ ਸਰਦਾਰ ਗੁਰਬਚਨ ਸਿੰਘ ਚੜ੍ਹਾਈ ਕਰ ਗਏ। ਹੁਣ ਤਾਂ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਖੋਲ ਲਓ। ਅਸੀਂ ਪਿਛਲੇ 10-12 ਸਾਲਾਂ ਤੋਂ ਤਾਂ ਲਗਾਤਾਰ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ, ਤੇ ਖਾਲੜਾ ਜੀ ਨਾਲ ਸੰਬੰਧਿਤ ਸਾਰੇ ਬੰਦੇ ਕੋਈ ਨਾ ਕੋਈ ਗੱਲ ਲਿਖ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ। ਉਹਨਾਂ ਨੇ ਅੱਜ ਵੀ ਪਈ ਆ ਉਹ ਗੱਲ ਲਿਖੀ, ਉਹਨਾਂ ਨੇ ਲਿਖ ਕੇ ਪਾਇਆ ਸੀ ਵੀ ਜਦੋਂ ਸਾਨੂੰ ਪਤਾ ਲੱਗਿਆ ਕਿ ਖਾਲੜਾ ਜੀ ਨੂੰ ਚੱਕ ਲਿਆ, ਸਾਨੂੰ ਪਤਾ ਲੱਗਿਆ ਕਿ ਅੱਜ ਬਾਦਲ ਸਾਹਿਬ ਇੱਥੇ ਨੇ ਜਲੰਧਰ 'ਚ, ਤੇ ਸਰਦਾਰ ਗੁਰਬਚਨ ਸਿੰਘ ਆਪਦੇ ਸਾਥੀਆਂ ਸਮੇਤ ਬਾਦਲ ਨੂੰ ਮਿਲਣ ਦੀ ਗੱਲ ਸਾਰੀ ਬਿਆਨ ਕਰਦੇ ਆ ਉਸ ਪੋਸਟ ਵਿੱਚ ਕਿ ਉਹਨਾਂ ਨੇ ਕੋਈ ਬਹੁਤੀ ਜ਼ਿਆਦਾ ਸਾਡੀ ਗੱਲ ਨਹੀਂ ਸੀ ਸੁਣੀ। ਬਿਲਕੁਲ ਉਵੇਂ ਜਿਵੇਂ ਜਦੋਂ ਲੋਕਾਂ ਨੇ ਦੱਸਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਚੱਕ ਲਿਆ ਪੁਲਿਸ ਨੇ, ਉਦੋਂ ਵੀ ਨਹੀਂ ਸੀ ਗੱਲ ਕੋਈ ਸੁਣੀ। ਸੋ ਜਦੋਂ ਇਹ ਪੋਸਟ ਪਿਛਲੇ 10-12 ਸਾਲਾਂ ਤੋਂ ਘੁੰਮ ਰਹੀ ਆ, ਉਦੋਂ ਕਾਹਤੋਂ ਨਹੀਂ ਬਾਦਲ ਦੇ ਚਾਹੁੰਦੇ ਜੀ ਇਹਦਾ ਸਪਸ਼ਟੀਕਰਨ ਦਿੱਤਾ। ਹੁਣ ਬੜਾ ਚੇਤੇ ਆ ਗਿਆ, ਬੀਬੀ ਖਾਲੜਾ ਇੱਥੇ ਜਿਉਂਦੇ ਜਾਗਦੇ ਬੈਠੇ। ਸਾਨੂੰ ਸਾਰਿਆਂ ਨੂੰ ਪਤਾ ਕਿ ਬਾਦਲ ਦਲ ਦਾ ਇਹਦੇ ਨਾਲ ਕਿਹੋ ਜਿਹਾ ਹਿਸਾਬ ਕਿਤਾਬ ਰਿਹਾ। ਜਦੋਂ 1997 ਵਿੱਚ ਇਹਨਾਂ ਨੇ ਲੋਕ ਕਮਿਸ਼ਨ ਨਹੀਂ ਬਣਾਇਆ, ਟਰੁੱਥ ਕਮਿਸ਼ਨ ਨਹੀਂ ਬਣਾਇਆ, ਵਾਅਦਾ ਕਰਕੇ ਮੁੱਕਰ ਗਏ। ਉਸ ਮੌਕੇ ਅੱਜ ਤੱਕ ਤਾਂ ਲੋਕ ਇਸ ਵਹਿਮ 'ਚ ਰਹੇ ਨੇ ਕਿ ਸ਼ਾਇਦ ਬਾਦਲ ਕਿਆਂ ਨੂੰ ਬੀਜੇਪੀ ਰੋਕਦੀ ਰਹੀ, ਪਰ ਬੀਜੇਪੀ ਦੇ ਆਗੂ ਕਹਿੰਦੇ ਆ ਵੀ ਸਾਨੂੰ ਤਾਂ ਇਹਨਾਂ ਨੇ ਕਦੇ ਇਹ ਗੱਲਾਂ ਕੀਤੀਆਂ ਹੀ ਨਹੀਂ, ਅਸੀਂ ਕਾਹਤੋਂ ਰੋਕਣਾ ਸੀ। ਅਸੀਂ ਤਾਂ ਇੱਕੋ ਗੱਲ ਕਹਿੰਦੇ ਸੀ ਕਿ ਕਾਂਗਰਸ ਦਾ ਆਪਾਂ ਸੁਪਨਾ ਸਾਫ਼ ਕਰਨਾ। ਬਾਦਲ ਸਾਹਿਬ ਜਿਹੜੀ ਵੀ ਗੱਲ ਕਰਕੇ ਤੁਹਾਡਾ ਵੋਟ ਬੈਂਕ ਸਥਾਪਿਤ ਹੁੰਦਾ, ਕਾਂਗਰਸ ਦਾ ਖਰਾਬ ਹੁੰਦਾ, ਉਹ ਕਰਨੀ ਹੈ। ਤੇ ਜੇ ਜ਼ਾਲਮ ਪੁਲਸੀਆਂ ਖਿਲਾਫ ਕਾਰਵਾਈ ਹੁੰਦੀ, ਜੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਹੁੰਦੀ, ਤਾਂ ਲੋਕ ਕਾਂਗਰਸ ਤੋਂ ਟੁੱਟਦੇ ਸਦਾ ਲਈ ਤੇ ਬਾਦਲ ਕਿਆਂ ਦੇ ਹੱਕ ਚ ਆਉਂਦੇ। ਪਰ ਇਹਨਾਂ ਨੇ ਬਿਲਕੁਲ ਉਹ ਗੱਲ ਤੋਂ ਮੁੱਕਰ ਗਏ। ਜੇ ਆਪ ਸਿੱਖਾਂ ਨੇ ਲੋਕ ਕਮਿਸ਼ਨ ਬਣਾਇਆ 3 ਜੱਜਾਂ ਦਾ ਬੈਂਚ ਬਣਾ ਕੇ, ਤਾਂ ਬਾਦਲ ਸਰਕਾਰ ਨੇ ਪੁਲਿਸ ਭੇਜ ਕੇ ਡਾਂਗਾ ਨਾਲ ਲੋਕ ਕੁੱਟੇ, 76 ਫੇਰਿਆ ਲੋਕਾਂ ਦੇ ਵੀ ਤੁਸੀਂ ਆਪੇ ਕਿਵੇਂ ਬਣਾ ਲਓਗੇ। ਫਿਰ ਆ ਜਤਿੰਦਰ ਪੰਨੂ ਕਾਮਰੇਡ ਨੇ ਉਹਨਾਂ ਪੁਲਿਸੀਆਂ ਦੀ ਹਮਾਇਤ ਵਿੱਚ ਉੱਥੇ ਹਾਈ ਕੋਰਟ 'ਚ ਪਟੀਸ਼ਨ ਪਾਤੀ, ਫਿਰ ਰੋਕ ਲੱਗ ਗਈ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸੀ ਸੁਖਦੇਵ ਸਿੰਘ ਭਵਨ ਆ PAU ਲੁਧਿਆਣੇ, ਉੱਥੇ ਆਪਦੇ ਇਲਾਕੇ ਦੇ ਜਗਰਾਉਂ ਰੈਕੋਟ ਇਲਾਕੇ ਦੇ ਪੀੜਤ ਪਰਿਵਾਰਾਂ ਨੂੰ ਲੈ ਕੇ ਆਉਣਾ ਸੀ, ਪਰ ਉੱਥੇ ਵੇਰਕਾ ਚੌਂਕ ਕੋਲੇ ਨਾਕੇ ਲੱਗੇ ਸੀ, ਪੁਲਿਸ ਡਾਂਗਾ ਲਈ ਫਿਰਦੀ ਸੀ ਸਾਨੂੰ ਕੁੱਟਣ। ਤੋਂ ਜਿਹੜਾ ਅੱਜ ਹਰਚਰਨ ਬੈਂਸ ਤੇ ਸੁਖਬੀਰ ਬਾਦਲ ਇਹ ਕਹਿਣ ਲੱਗੇ ਪਏ ਨੇ, ਬਾਦਲ ਦਲ ਵਾਲੇ ਸਾਰੇ ਝੂਠ ਬੋਲਦੇ ਆ ਸ਼ਰੇਆਮ। ਅਖੇ ਜੀ ਸਾਰਾ ਜਿਹੜਾ ਪੁਲਿਸੀਆਂ ਖਿਲਾਫ ਕਾਰਵਾਈ ਹੋਈ ਆ ਉਹ ਤਾਂ ਬਾਦਲ ਕਿਆਂ ਦੇ ਰਾਜ 'ਚ ਹੋਈ ਆ। ਕਦੋਂ ਹੋਈ ਆ? ਕਿਉਂ ਝੂਠ ਬੋਲਦੇ ਹੋ ਤੁਸੀਂ? ਤਾਂ ਉਹਨਾਂ ਲੋਕਾਂ ਨੂੰ ਜੌਣਾ ਤੋਂ ਉੱਪਰ ਕੀਤਾ ਰੱਖਿਆ। ਜਿੰਨੇ ਪਰਚੇ ਦਰਜ ਹੋਏ ਨੇ ਬੀਬੀ ਖਾਲੜਾ ਤੇ ਉਹਦੇ ਸਾਥੀਆਂ ਦੇ ਉੱਤੇ, ਉਹ ਸਾਰੇ ਬਾਦਲ ਕਿਆਂ ਦੇ ਰਾਜ ਵਿੱਚ ਹੋਏ ਨੇ। ਸੋ ਬਾਦਲ ਕਿਆਂ ਨੇ ਕਦੇ ਖਾਲੜਾ ਸਾਹਿਬ ਦਾ ਜਾਂ ਸਿੱਖ ਸੰਘਰਸ਼ ਦੇ ਪੀੜਤ ਪਰਿਵਾਰਾਂ ਦਾ ਸਾਥ ਨਹੀਂ ਦਿੱਤਾ, ਤੇ ਲੋਕ ਕਮਿਸ਼ਨ ਦੇ ਖਿਲਾਫ ਇਹ ਚੱਲੇ। ਬਡਾਲਾ ਸਾਹਿਬ ਨੂੰ ਸਿੱਧਾ ਠੋਕ ਕੇ ਕਿਹਾ, ਜਿਹੜਾ ਆਪਣਾ ਕੁਲਦੀਪ ਸਿੰਘ ਬਡਾਲਾ ਸੀ ਜਲੰਧਰ ਵਾਲਾ ਜਥੇਦਾਰ, ਵੀ ਮੁੜ ਕੇ ਕਦੇ ਇਹ ਜੀ ਗੱਲ ਨਹੀਂ ਮੇਰੇ ਕੋਲੇ ਕਰਨੀ। ਤੋਂ ਅੱਜ ਕਿਉਂਕਿ ਹੁਣ ਖਾਲੜਾ ਸਾਹਿਬ ਦੇ ਮਸਲੇ ਉੱਤੇ ਲੋਕਾਂ 'ਚ ਬੜੀ ਜਾਗਰਤੀ ਆਈ ਹੈ। ਅਫਸੋਸ ਤੇ ਦੁੱਖ ਤਾਂ ਹੈਗਾ ਮੈਨੂੰ ਵੀ, ਸਾਰਿਆਂ ਨੂੰ ਹੀ ਆ ਸਾਨੂੰ, ਜਿਹੜੇ ਕਦੇ ਲੇਖ ਲਿਖ ਕੇ, ਕਦੇ ਕਿਤਾਬਾਂ ਲਿਖ ਕੇ, ਕਦੇ ਬੋਲ ਕੇ, ਕਦੇ ਕਿਸੇ ਹੋਰ ਤਰੀਕੇ ਨਾਲ ਖਾਲੜਾ ਸਾਹਿਬ ਦੇ ਨਾਲ ਨਾਲ ਉਹਨਾਂ ਦੇ ਕੰਮ ਦੀ
ਲੋਕਾਂ ਤੱਕ ਗੱਲ ਉੱਪੜਦੀ ਕਰਨ ਲਈ ਕਮਲੇ ਹੋਏ ਫਿਰਦੇ ਆ ਤੇ ਲੋਕ ਕਹਿੰਦੇ ਆ ਜੀ ਆ ਫਿਲਮ ਨੇ ਸਾਨੂੰ ਤਾਂ ਦੱਸਿਆ। ਚਲੋ ਫਿਲਮ ਨੇ ਤਾਂ ਦੱਸਤਾ, ਹੁਣ ਜਿਹੜਾ ਮਾਹੌਲ ਬਣਿਆ ਹੋਇਆ ਇਹ ਤੋਂ ਬਾਦਲ ਕਿਆ ਨੂੰ ਲੱਗਦਾ ਵੀ ਲੋਕ ਤਾਂ ਫੇਰ ਸਾਡੇ ਖਿਲਾਫ ਹੋ ਗਏ। ਹੁਣ ਉਹ ਝੂਠ ਬੋਲਣ ਲੱਗੇ ਹੋਏ ਨੇ, ਕਹਿੰਦੇ ਜੀ ਅਸੀਂ ਤਾਂ ਬਾਦਲ ਕਿਆ ਖਾਲੜਾ ਸਾਹਿਬ ਦੀ ਬੜੀ ਹਮਾਇਤ ਕੀਤੀ ਹੈ। ਬੀਬੀ ਖਾਲੜਾ ਸ਼ਰੇਆਮ ਕਹਿ ਰਹੇ ਨੇ ਕਿ ਮੈਨੂੰ ਤਾਂ ਕਹਿੰਦਾ ਸੀ ਆਰਾਮ ਨਾਲ ਘਰੇ ਬੈਠੋ, ਤੁਸੀਂ ਇਹਨਾਂ ਚੱਕਰਾਂ ਤੋਂ ਕੀ ਲੈਣਾ, ਤੁਸੀਂ MP MLA ਫੜਨਾ ਜਾਂ 4 ਕੋਈ ਕਮਿਸ਼ਨ ਦੇ ਚੇਅਰਮੈਨ ਬਣਾ ਦਿੰਦੇ। ਤੇ ਹਰਜਿੰਦਰ ਬੈਂਸ ਲਿਆ ਕੇ ਬਿਠਾਤਾ ਉੱਤੇ ਪੰਜਾਬ ਟੈਲੀਵਿਜ਼ਨ ਚੈਨਲ ਤੇ, ਉਹ ਐਵੇਂ ਝੂਠ ਤੂਫਾਨ ਵੱਢੀ ਜਾਂਦਾ। ਤੁਸੀਂ ਜੇਕਰ ਹਰਜਿੰਦਰ ਉਹਦੀ ਬੈਂਸ ਦੀ ਨਹੀਂ ਸੁਣੀ, ਉਹ ਲਾਜ਼ਮੀ ਸੁਣਿਓ। ਉਹ ਸਾਰੀ ਬੈਂਸ ਸਾਹਿਬ ਜਿਹੜੇ ਬਾਦਲ ਦਲ ਦੇ ਕਰਤਾ ਧਰਤਾ ਮੰਨੇ ਜਾਂਦੇ ਆ, ਉਹਨਾਂ ਨੇ ਕਿਵੇਂ ਬਾਦਲ ਕਿਆਂ ਨੂੰ ਮਿਸਗਾਈਡ ਕਰਕੇ ਪੰਥਕ ਏਜੰਡੇ ਦੇ ਖਿਲਾਫ ਭਗਤਾਇਆ। ਉਲਟਾ ਉਹਨਾਂ ਨੂੰ ਲੱਗਣ ਦਾਤਾ ਵੀ ਜਿਹੜਾ ਤੁਸੀਂ ਪੰਥ ਦੇ ਖਿਲਾਫ ਚੱਲ ਰਹੇ ਹੋ ਨਾ, ਇਹੀ ਪੰਥਕ ਏਜੰਡਾ। ਅੱਜ ਵੀ ਉਹ ਇਹ ਕਹਿ ਰਿਹਾ, ਪੱਤਰਕਾਰ ਉਹਨੂੰ ਕਹਿ ਰਿਹਾ ਕਿ ਜੀ ਤੁਸੀਂ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਵਿਖੇ ਸਾਰਾ ਮੰਨ ਲਿਆ ਸੀ, ਫਿਰ ਬਾਅਦ ਵਿੱਚ ਮੁੱਕਰਿਆ ਕਿਉਂ ਸੁਖਵੀਰ? ਤੇ ਬੈਂਸ ਸਾਹਿਬ ਪੂਰੀ ਬੇਸ਼ਰਮੀ ਨਾਲ ਉਹਨੂੰ ਡਿਫੈਂਡ ਕਰਦੇ ਹੋਏ ਕਹਿੰਦੇ ਆ ਵੀ ਹੈ ਤਾਂ ਗੱਲ ਸੱਚੀ ਆ ਨਾ। ਮੀਟਿੰਗ 'ਚ ਫੈਸਲਾ ਹੋਇਆ ਸੀ ਕਿ ਜਿਹੜਾ ਵੀ ਕੋਈ ਇਲਜ਼ਾਮ ਲੱਗੇ ਤੁਸੀਂ ਅਕਾਲ ਤਖਤ ਸਾਹਿਬ ਆਰਗੂ ਨਹੀਂ ਕਰਨਾ, ਮੰਨਣਾ। ਤੇ ਇਹ ਗੱਲ ਉਹਨੇ ਕਹਿਤੀ। ਹੁਣ ਦੁਨੀਆ ਭਰ ਦੇ ਵਿੱਚ ਤਾਂ ਸਿੱਖ ਕਰਪੇ ਪਏ ਨੇ ਕਿ ਅਕਾਲ ਤਖਤ ਸਾਹਿਬ ਵਿਖੇ ਮੰਨ ਲਿਆ ਤੇ ਬਾਹਰ ਆ ਕੇ ਮੁੱਕਰ ਗਏ। ਅਗਲੀ ਗੱਲ, ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਖਿਲਾਫ ਇੰਨੀ ਨਫ਼ਰਤ ਕਿ ਜਥੇਦਾਰ ਲਾ ਕੇ ਘਰਾਂ ਨੂੰ ਤੋਰਤੇ, ਆਪਦੀ ਮਰਜ਼ੀ ਦੇ ਜਥੇਦਾਰ ਲਾ ਦਿੱਤੇ। ਇਹ ਵੀ ਕੋਈ ਗੱਲ ਨਹੀਂ ਬੈਂਸ ਸਾਹਿਬ ਲਈ। ਉਹ ਕਹਿੰਦੇ ਇਹ ਤਾਂ ਕੋਈ ਗੱਲ ਹੀ ਨਹੀਂ। ਮਤਲਬ ਕਿ ਬਾਦਲ ਕਿਆਂ ਦੀਆਂ ਜਿੰਨੀਆਂ ਕਰਤੂਤਾਂ ਨੇ, ਬਰਗਾੜੀ, ਬਾਈਬਲ, ਡੇਰਾ ਸਰਸਾ ਦੀ ਹਮਾਇਤ, ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਅੱਧਾ ਪਚੱਧਾ ਮੰਨਣਾ, ਜਾਂ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਚੈਲੰਜ ਕਰਕੇ ਕਹਿਣਾ ਕਿ ਜੇ ਅਸੀਂ ਇਸ ਹੁਕਮਨਾਮੇ ਤਹਿਤ ਅਕਾਲੀ ਦਲ ਦੀ ਭਰਤੀ ਕੀਤੀ, ਸਾਡੀ ਤਾਂ ਮਾਨਤਾ ਹੀ ਰੱਦ ਹੋ ਜੂ। ਇਹ ਸਾਰੀਆਂ ਕਰਤੂਤਾਂ ਦੇ ਉੱਤੇ ਅੱਜ ਬੈਂਸ ਸਾਹਿਬ ਕਹਿੰਦੇ ਆ ਵੀ ਜੋ ਕੁਝ ਅਸੀਂ ਕੀਤਾ ਨਾ ਉਹ ਠੀਕ। ਕੌਮ ਨੂੰ ਅਕਲ ਨਹੀਂ ਹੈ, ਸਿੱਖਾਂ ਨੂੰ ਅਕਲ ਨਹੀਂ ਹੈਗੀ। ਹੁਣ ਇਉਂ ਕੋਈ ਸ਼ਰੇਆਮ ਢੀਠ ਬਣ ਕੇ ਝੂਠ ਬੋਲ ਰਿਹਾ ਹੋਵੇ, ਤੁਸੀਂ ਉਹਦਾ ਕੀ ਵਿਗਾੜ ਲਓਗੇ? ਪਿੰਡਾਂ 'ਚ ਮਾਈਆਂ ਕਹਿੰਦੀਆਂ ਹੁੰਦੀਆਂ, ਜਦੋਂ ਮੂੰਹ ਤੋਂ ਲਾਹ ਲਈ ਲੋਈ ਕੀ ਕਰੂਗਾ ਕੋਈ। ਜਦੋਂ ਕੋਈ ਪੋਲੀਟੀਕਲ ਬੰਦਾ, ਪਬਲਿਕ ਖੇਤਰ 'ਚ ਵਿਚਰਨ ਵਾਲਾ ਬੰਦਾ ਜਾਂ ਧਿਰ ਆਪਦਾ ਹੀ ਘੋੜਾ ਦੱਬੀ ਫਿਰੇ, ਫਿਰ ਢੀਠ ਜਿਹਾ ਬਣ ਕੇ ਗਾਂਹ ਵਾਲੇ ਨੂੰ ਕਵੇ ਵੀ ਜਿਵੇਂ ਤੂੰ ਸਮਝਦਾ ਫਿਰ ਉਵੇਂ ਸਹੀ। ਭਾਈ ਲੋਕਾਂ ਨੂੰ ਸਭ ਸਮਝ ਹੈ। ਇਉਂ ਨਹੀਂ ਬੈਂਸ ਸਾਹਿਬ ਤੇ ਬਾਦਲ ਸਾਹਿਬ ਕੌਮ ਨੂੰ ਬੇਵਕੂਫ ਬਣਾ ਸਕਦੇ। ਹਾਂ, ਕੌਮ ਦਾ ਇੱਕ ਸੁਭਾਅ ਹੈ, ਸਾਡੀ ਦਾ ਫਿਤਰਤ ਹੈ। ਜੇ ਕਿਤੇ 2 ਦਸੰਬਰ ਵਾਲੇ ਹੁਕਮਾਂ ਦੇ ਉੱਤੇ, ਮੈਂ ਕਹਿੰਦਾ ਜੀ ਦੁਨੀਆ ਭਰ ਦੇ ਵਿੱਚ 2 ਦਸੰਬਰ ਨੂੰ 12 ਵਜੇ ਸਾਡੀ ਕੌਮ ਦਾ ਸਿਰ ਉੱਚਾ ਹੋਇਆ ਸੀ ਵੀ ਚਲੋ ਇਹਨਾਂ ਨੇ ਜੋ ਪਹਿਲਾ ਪਾਪ ਕਮਾ ਲਿਆ ਕਮਾ ਲਿਆ, ਪਰ ਅੱਜ ਅਕਾਲ ਤਖਤ ਸਾਹਿਬ ਸਨਮੁਖ ਹੋ ਗਏ। ਹੁਣ ਜਦੋਂ ਇਹ ਤਨਖਾਹਾਂ ਭੁਗਤ ਲੈਣਗੇ, ਉਸ ਤੋਂ ਬਾਅਦ ਵਿੱਚ ਇਹ ਸੁਰਖਰੂ ਮੰਨੇ ਜਾਣਗੇ। ਸਾਡੀ ਕੌਮ ਦੀ ਰਵਾਇਤ ਆ ਤੁਹਾਡੇ ਸਾਹਮਣੇ, ਜਦੋਂ ਬੂਟਾ ਸਿੰਘ ਨੇ ਗ੍ਰਹਿ ਮੰਤਰੀ ਹੁੰਦਿਆਂ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਉਸ ਤੋਂ ਬਾਅਦ ਦੀਆਂ ਹਰਕਤਾਂ 'ਚ, ਜਾਂ ਨਿਹੰਗ ਸੰਤਾ ਸਿੰਘ ਨੇ ਜੋ ਕੀਤਾ, ਪਰ ਜਦੋਂ ਇਹ ਪੇਸ਼ ਹੋ ਗਏ ਭੁੱਲ ਬਖਸ਼ਾਲੀ, ਮੁੜ ਕੇ ਕਦੇ ਕਿਸੇ ਸਿੱਖ ਨੇ ਇਸ ਗੱਲ ਹੀ ਉਹਨਾਂ ਨੂੰ ਤਿਰਸਕਾਰਿਆ ਜਾਂ ਫਿੱਟ ਲਾਹਨਤ ਜਾਂ ਤਿਰਕਾਰਿਆ ਨਹੀਂ। ਇਹ ਰਵਾਇਤ ਆ ਸਰ। ਇਵੇਂ ਹੀ ਬਰਨਾਲੇ ਨੇ 2 ਕਰਤੂਤਾਂ ਕੀਤੀਆਂ ਸੀ। ਇੱਕ ਤਾਂ ਪੁਲਿਸ ਭੇਜਤੀ ਦਰਬਾਰ ਸਾਹਿਬ 'ਚ, ਦੂਜਾ ਜਦੋਂ ਅਕਾਲੀ ਏਕਤਾ ਹੋਣ ਲੱਗੀ ਉਹਦੇ ਖਿਲਾਫ ਡਟ ਗਿਆ ਕਿ ਮੈਂ ਨਹੀਂ ਕਰਦਾ। ਉਹਨੂੰ ਜਦੋਂ ਅਕਾਲ ਤਖਤ ਸਾਹਿਬ ਪੇਸ਼ ਹੋਇਆ, ਉਹ ਬਾਅਦ ਵਿੱਚ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਗਿਆ,
ਫਿਰ ਉਹਨੂੰ ਥੰਮਲੇ ਨਾਲ ਬੰਨਿਆ ਗਿਆ, ਗਲ ਵਿੱਚ ਤਖਤੀ ਪਾਈ ਗਈ, ਸਾਰਾ ਕੁਝ ਹੋਇਆ, ਪਰ ਮੁੜ ਕੇ ਕਦੇ ਕਿਸੇ ਨੇ ਉਸ ਗੱਲ ਲਈ ਉਹਨੂੰ ਨਾ ਤਿਰਸਕਾਰਿਆ ਨਾ ਲਾਹਨਤ ਪਾਈ, ਕਿਉਂਕਿ ਕੌਮ ਦੀ ਰਵਾਇਤ। ਇਵੇਂ ਹੀ ਸੁਖਬੀਰ ਸਿੰਘ ਬਾਦਲ ਜਦੋਂ ਸੁਰਖਰੂ ਹੋ ਜਾਂਦਾ, ਕਿਹਨੇ ਉਹਨੂੰ ਕੁਝ ਕਹਿਣਾ ਸੀ? ਪਰ ਸੋਚੋ ਕਿ ਜਦੋਂ ਸੁਖਬੀਰ ਬਾਦਲ ਉੱਤੇ ਭਾਈ ਨਰਾਇਣ ਸਿੰਘ ਚੌੜੇ ਨੇ 4 ਦਸੰਬਰ ਨੂੰ ਹਮਲਾ ਕੀਤਾ, ਗੋਲੀ ਚਲਾਈ, ਤਾਂ ਉਸ ਮੌਕੇ ਸਾਡੇ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਬਹੁਤ ਮਾੜਾ ਲੱਗਿਆ। ਇੱਕ ਤਾਂ ਇਹ ਕਿ ਜਦੋਂ ਜੀ ਉਹ ਅਕਾਲ ਤਖਤ ਤੋਂ ਲੱਗੀ ਹੋਈ ਤਨਖਾਹ ਭੁਗਤ ਰਿਹਾ, ਹੁਣ ਨਹੀਂ ਇਹ ਗੱਲ ਜੱਜ। ਦੂਜਾ ਇਹ ਕਿ ਜੀ ਉਹ ਉੱਥੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਤੁਹਾਡਾ ਕੋਈ ਦੁਸ਼ਮਣ ਵੀ ਹੋਵੇ, ਤੁਸੀਂ ਉੱਥੇ ਨਹੀਂ ਇਹ ਕੰਮ। ਹਰੇਕ ਬੰਦੇ ਨੂੰ ਇਸ ਗੱਲ ਦਾ ਦੁੱਖ ਲੱਗਿਆ ਸੀ, ਪਰ ਮਹੀਨਾ ਨਹੀਂ ਪੈਣ ਦਿੱਤਾ ਪਿਓ ਦੇ ਪੁੱਤ ਨੇ। ਸੁਖਬੀਰ ਬਾਦਲ ਨੇ ਜੋ ਕੁਝ ਮੁਕਤਸਰ ਵਾਲੇ ਬਾਗੀ ਦੇ ਇਕੱਠ ਵਿੱਚ ਬੋਲਿਆ, ਉਦੋਂ ਬਾਅਦ ਵਿੱਚ ਹਰੇਕ ਬੰਦਾ ਕਹਿਣ ਲੱਗ ਗਿਆ ਵੀ ਭਾਈ ਨਰਾਇਣ ਸਿੰਘ ਚੌੜੇ ਵਾਲਾ ਕੰਮ ਹੋ ਜਾਂਦਾ ਤਾਂ ਚੰਗੀ ਗੱਲ ਸੀ, ਇਹ ਮਰਿਆ ਹੀ ਕਿਉਂ ਕੌਮ ਦਾ ਜਲੂਸ ਕੱਢ ਰਿਹਾ। ਸਾਡੇ ਤਾਂ ਸਮਾਜ ਵਿੱਚ ਪੰਥ 'ਚ ਦੁਨੀਆ ਕੌਮਾਂ ਨੂੰ ਅਸੀਂ ਸਹਿਰ ਉੱਚਾ ਕਰਨ ਲੱਗੇ ਸੀ ਵੀ ਦੇਖੋ ਜੀ ਏਡੀ ਵੱਡੀ ਗੱਲ, ਕੀ ਵਿਗੜ ਕੀ ਗਿਆ ਸੀਗਾ ਜੀ ਜੇ ਅਕਾਲ ਤਖਤ ਦੀ ਮੰਨ ਲੈ। ਮੰਨਣੀ ਹੈ ਨਹੀਂ ਤੇ ਮੁੜ ਕੇ ਆ ਬੈਂਸ ਵਰਗੇ, ਹਰਚਰਨ ਬੈਂਸ ਵਰਗੇ, ਇਹ ਪੰਪ ਮਾਰਨ ਨੂੰ, ਸਫਾਈਆਂ ਦੇਣ ਨੂੰ, ਝੂਠ ਬੋਲਣ ਨੂੰ, ਤੇ ਫਿਰ ਇਹ ਬਣਾਉਣਾ ਦੁਨੀਆ ਨੂੰ ਵੀ ਤੁਹਾਨੂੰ ਤਾਂ ਅਕਲ ਨਹੀਂ, ਮੈਂ ਬੜਾ ਸਿਆਣਾ। ਇੱਕ ਗੱਲ ਉਹ ਹੁੰਦੀ ਆ ਜਿਹਦੇ ਲਈ ਤੱਥਾਂ ਦੀ, ਗਵਾਹੀਆਂ ਦੀ, ਸਬੂਤਾਂ ਦੀ ਲੋੜ ਹੁੰਦੀ। ਇੱਕ ਉਹ ਗੱਲ ਹੁੰਦੀ ਆ ਜਿਹਦੇ ਲਈ ਕਿਸੇ ਤੱਥ, ਗਵਾਹ, ਸਬੂਤ ਦੀ ਲੋੜ ਨਹੀਂ ਹੁੰਦੀ, ਦਿਲ ਨੂੰ ਪਤਾ ਹੁੰਦਾ ਕਿ ਕੋਈ ਬੰਦਾ ਕਿੱਥੋਂ ਬੋਲਦਾ। ਕਹਿੰਦਾ ਦਰਬਾਰਾ ਸਿੰਘ ਗੁਰੂ ਜਿਹੜਾ ਹੈ, ਉਹਦਾ ਨਕੋਦਰ ਗੋਲੀ ਕਾਂਡ ਕੋਈ ਮਤਲਬ ਨਹੀਂ, ਕਹਿੰਦਾ ਜੀ ਉਦੋਂ। ਹੁਣ 1986 ਤੋਂ ਸਿੱਖ ਫਿਰ ਝੁੱਡੂ ਆ ਜਿਹੜੇ ਉਦੋਂ ਦੋਸ਼ੀ ਮੰਨਦੇ ਨੇ, ਆਖੇ ਜੀ ਕੋਈ ਆਰਡਰ ਲਿਆਓ ਲੱਭ ਕੇ, ਕਿਸੇ ਪ੍ਰੋਸੀਡਿੰਗ ਚੋਂ ਲੱਭ ਕੇ ਲਿਆਓ। ਹੁਣ ਪ੍ਰੋਸੀਡਿੰਗ ਦੇ ਵਿੱਚੋਂ ਤਾਂ ਇੰਦਰਾ ਗਾਂਧੀ ਦਾ ਬਣਾ ਸ਼ਾਇਦ ਲੱਭੇ, KPS ਗਿੱਲ ਦਾ ਬਣਾ ਲੱਭੇ ਵੀ ਪੰਜਾਬ 'ਚ ਕੀ ਕੁਝ ਹੋਈ ਜਾਂਦਾ, ਪਰ ਸੱਚਾਈ ਤਾਂ ਸੱਚਾਈ ਆ। ਜਿਹੜੇ ਪੰਥ ਦੇ, ਕੌਮ ਦੇ ਫੈਸਲੇ ਹੁੰਦੇ ਆ ਨਾ, ਉਹਨਾਂ ਲਈ ਹਿਸਾਬ ਕਿਤਾਬ ਆ ਨਹੀਂ ਚੱਲਦਾ ਜਿਹੜਾ ਭਾਰਤ ਦੀਆਂ ਜਾਂ ਦੁਨੀਆ ਦੀਆਂ ਅਦਾਲਤਾਂ ਵਾਲਾ ਨਿਯਮ। ਇੱਥੇ ਤਾਂ ਜਿਵੇਂ ਅਕਾਲ ਤਖਤ ਸਾਹਿਬ ਵਿਖੇ ਪੁੱਛਿਆ ਗਿਆ, ਜ਼ਮੀਰ ਦੇ ਹਿਸਾਬ ਨਾਲ ਗੱਲ ਹੁੰਦੀ। ਸੋ ਅਸਲ ਵਿੱਚ ਗੱਲ ਇਹ ਹੈ ਕਿ ਬਾਦਲ ਕਿਆ ਨੇ ਪੰਥ ਨੂੰ, ਪੰਥਕ ਏਜੰਡੇ ਨੂੰ ਜਦੋਂ ਤਿਰਸਕਾਰਿਆ, ਉਦੋਂ ਲੱਭ ਕੇ ਉਹ ਬੰਦੇ ਜਿਹੜੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤੇ, ਉਹਨਾਂ ਸਭ ਨੂੰ ਹਿੱਕ ਦਾ ਬਾਲ ਬਣਾਇਆ ਤੇ ਆਪਦੇ ਨਾਲ ਤੋਰਿਆ। ਹੁਣ ਜਦੋਂ ਦੇਖਿਆ ਕਿ ਪੰਥਕ ਏਜੰਡਾ ਤਿਆਗ ਕੇ ਸਿੱਖ ਕੌਮ ਦੀ ਜਿਹੜੀ ਨਸਲਕੁਸ਼ੀ ਹੋਈ, ਉਹਦਾ ਇੱਕ ਪਾਸੇ ਹੀਰੋ ਆ ਜਿਹੜਾ ਨਸਲਕੁਸ਼ੀ ਨੂੰ ਉਜਾਗਰ ਕਰਨ ਵਾਲਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਉਹਨੂੰ ਤਾਂ ਦੁਨੀਆ ਸਤਿਕਾਰਦੀ ਹੈ, ਬਾਦਲ ਕੇ ਦੇਖ ਰਹੇ ਨੇ। ਦੂਜੇ ਪਾਸੇ ਜਿਹੜੇ ਇਹਨਾਂ ਦੇ ਹੀਰੋ ਆ, ਸਮੇਧ ਸੈਣੀ, KPS ਗਿੱਲ ਤੇ ਹੋਰ ਸਾਰੇ, ਉਹਨਾਂ ਨੂੰ ਦੁਨੀਆ ਤਿਰਸਕਾਰਦੀ ਹੈ। ਜਦੋਂ ਇਹ ਦੇਖਿਆ, ਹੁਣ ਜੀ ਕਰਦਾ ਵੀ ਉਹ ਸਾਰਾ ਕੁਝ ਖਤਮ ਹੋ ਜੇ, ਜਿਵੇਂ ਕਿਸੇ ਕਾਪੀ ਚੋਂ ਵਰਕੇ ਪਾੜ ਕੇ ਸੁੱਟਣੇ ਹੋਣ। ਬਾਦਲ ਕੇ ਚਾਹੁੰਦੇ ਆ ਕਿ ਜੋ ਅਸੀਂ ਪੰਥ ਦੇ ਉਲਟ ਭੁਗਤੇ ਆ, ਜੋ ਕਰਤੂਤਾਂ 1994 ਤੋਂ ਖਾਸ ਤੌਰ ਕੇ ਖਿਲਾਫ ਕੀਤੀਆਂ ਨੇ ਅਕਾਲੀ ਦਲ ਬਾਦਲ ਬਣਾ ਕੇ, ਉਹ ਸਾਰੀਆਂ ਨਾ ਜਿਵੇਂ ਮੋਬਾਈਲ ਤੋਂ ਡਿਲੀਟ ਕਰੀਦਾ ਡਾਟਾ, ਉਵੇਂ ਡਿਲੀਟ ਹੋ ਜੇ। ਇਦਾਂ ਨਹੀਂ ਹੋਣਾ। ਸੋ ਬਾਦਲ ਕਿਆਂ ਨੂੰ, ਬਾਦਲ ਸੈਨਾ ਨੂੰ ਪੂਰਾ ਹੱਕ ਆ। ਸੋਸ਼ਲ ਮੀਡੀਆ ਤੇ ਉਹਨਾਂ ਨੇ ਬੰਦੇ ਰੱਖੇ ਹੋਏ ਨੇ ਗਾਲਾਂ ਕੱਢਣ ਵਾਲੇ। ਅੱਜ ਤੱਕ ਉਹੋ ਜਿਹਾ ਗੰਦ ਕਦੇ ਕਾਂਗਰਸੀਆਂ ਨੇ, ਕਦੇ RSS ਵਾਲਿਆਂ ਨੇ, ਕਦੇ ਕਾਮਰੇਡਾਂ ਨੇ ਨਹੀਂ ਸੁੱਟਿਆ ਜਿਹੜਾ ਜਥੇਦਾਰਾਂ ਦੇ ਖਿਲਾਫ। ਜਥੇਦਾਰ ਭਾਈ ਤੁਸੀਂ ਉਹ ਲਾਇਆ ਸੀ,
ਗਿਆਨੀ ਹਰਪ੍ਰੀਤ ਸਿੰਘ ਵੀ ਤੁਸੀਂ ਲਾਇਆ, ਗਿਆਨੀ ਗੁਰਬਚਨ ਸਿੰਘ ਵੀ ਤੁਸੀਂ ਤੋਰਿਆ, ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਤੁਸੀਂ ਲਾਇਆ। ਜਦੋਂ ਉਹ ਤੁਹਾਨੂੰ ਪੁੱਗਦੇ ਹੁੰਦੇ ਆ ਉਦੋਂ ਤੁਸੀਂ ਕਹਿੰਦੇ ਹੋ ਕਿ ਇਹ ਤਾਂ ਜੀ ਮਹਾਨ ਨੇ, ਅਸੀਂ ਤਾਂ ਸਤਿਕਾਰ ਹੀ ਬੜਾ ਕਰਦੇ ਹਾਂ। ਤੇ ਜਦੋਂ ਉਹਨੂੰ ਲਾਇਆ ਉਦੋਂ ਬਾਅਦ ਜੋ ਉਹਦੀ ਕਿਰਦਾਰ ਕੁਸ਼ੀ ਕੀਤੀ ਗਿਆਨੀ ਹਰਪ੍ਰੀਤ ਸਿੰਘ ਦੀ, ਇਹ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ ਲਈ ਜਦੋਂ ਪੈਸੇ ਤੇ ਬੰਦੇ ਰੱਖਦੇ ਹੋ ਉਦੋਂ ਸ਼ਰਮ ਨਹੀਂ ਉਹਦੀ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਤੁਹਾਨੂੰ? ਅੱਜ ਦੇ ਮਾਹੌਲ ਵਿੱਚ ਜਿਸ ਤਰੀਕੇ ਨਾਲ ਬਾਦਲ ਕੇ ਕੌਮ ਨੂੰ ਬੇਵਕੂਫ ਬਣਾ ਕੇ ਇਹ ਦਰਸਾਉਣ ਲੱਗੇ ਨੇ ਕਿ ਬੀਬੀ ਖਾਲੜਾ ਜੀ ਦਾ ਅਸੀਂ ਹੁਣ ਇਸ ਗੱਲ ਦੇ ਉੱਤੇ ਜਿਹੜੀ ਆਪਾਂ ਗੱਲ ਪਿਛਲੇ ਦਿਨੀ ਕਰਦੇ ਰਹੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਇਹ ਸਮਝ ਰਹੇ ਨੇ ਕਿ ਜੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਸਮਾਗਮ ਹੋਇਆ ਇਹਦਾ ਕਿਤੇ ਬਾਦਲ ਕਿਆਂ ਨੂੰ ਸਿਆਸੀ ਫਾਇਦਾ ਨਾ ਹੋਵੇ। ਹੁਣ ਉਹ ਲੋਕਾਂ ਨੂੰ ਸ਼ੱਕ ਹੋ ਗਈ ਜਦੋਂ ਇਹ ਉਹਦਾ ਫਾਇਦਾ ਲੈਣ ਤੁਰ ਪਏ। ਫਿਰ ਜੇਕਰ ਉੱਥੇ ਦੋ ਫੈਸਲੇ ਹੋਏ ਨੇ, ਚਲੋ ਇੱਕ ਤਾਂ ਸ਼ਹੀਦੀ ਪੱਤਣ ਵਾਲਾ ਉਹ ਤਾਂ ਹੋ ਜਾਣਾ, ਪਰ ਦੂਜਾ ਫੈਸਲਾ ਉਹਦੇ ਲਈ ਸ਼੍ਰੋਮਣੀ ਕਮੇਟੀ ਦਾ ਸਾਰਾ ਤਾਮਾ ਝਾਮਾ ਲੱਗਣਾ। ਅੱਜ ਤੱਕਰ ਉਸ ਮਸਲੇ ਤੇ ਚੁੱਪ ਬੈਠੇ ਆ। ਸੋ ਜੇਕਰ ਅਜੇ ਵੀ ਮਾੜੀ ਮੋਟੀ ਅੰਦਰ ਕੌਮ ਦੀ ਕਣੀ ਹੈ ਤਾਂ ਛੇਤੀ ਤੋਂ ਛੇਤੀ ਧਾਮੀ ਸਾਹਿਬ ਤੋਂ ਐਲਾਨ ਕਰਾਉਣ ਕਿ ਆਹ ਦਫ਼ਤਰ ਖੋਲਤਾ ਤੇ ਕਾਰਵਾਈ ਚੱਲ ਪਈ ਤੇ ਲੋਕੋ ਆਪੋ ਆਪਣੇ ਬਾਰੇ ਇੱਥੇ ਦੱਸੋ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।